ਦਸਤਾਰ ਕਿੱਦਾਂ ਸਜਾਈ ਜਾਂਦੀ ਆ, ਉਹਦੇ ਕੀ ਰੂਲ ਹੁੰਦੇ ਆ। ਦਸਤਾਰ ਦਾ ਸਿੱਖ ਬੱਚਿਆਂ ਦੇ ਲਈ ਤੇ ਸਿੱਖ ਕੌਮ ਦੇ ਲਈ ਕੀ ਮਹੱਤਵ ਹੈਗਾ। ਸਿੱਖ ਮੋਟਰਸਾਈਕਲ ਕਲੱਬ ਦਾ ਇਹ ਜਿਹੜਾ ਉਪਰਾਲਾ ਹੈਗਾ ਆ, ਐਕਚੁਅਲੀ ਇਹਦਾ ਮਤਲਬ ਕੀ ਹੈਗਾ ਤੇ ਇਹ ਸੰਸਥਾ ਜਿਹੜੀ ਹੈਗੀ ਆ ਕਿੰਨਾ ਟੀਚਿਆਂ ਨੂੰ ਲੈ ਕੇ ਚੱਲ ਰਹੀ ਆ। ਉਹਦੇ ਦਸਤਾਰ ਸਜਾਉਣ ਦੀ ਜਿਹੜੀ ਸਿਖਲਾਈ ਹੈਗੀ ਆ, ਕੀ ਲੋੜ ਪਈ ਆ ਬੱਚਿਆਂ ਨੂੰ ਦੱਸਣ ਦੀ। ਬੱਚਿਆਂ ਨੇ ਪੁੱਛਿਆ, ਮੈਂ ਕਿਹਾ ਤੁਸੀਂ ਵਾਲ ਕਾਹਤੋਂ ਕੱਟੇ ਆ? ਉਹ ਕਹਿੰਦਾ ਵੀ ਸਾਨੂੰ ਦਸਤਾਰ ਬੰਨਣੀ ਚੱਜ ਨਾਲ ਆਉਂਦੀ ਨਹੀਂ ਸੀਗੀ, ਤੇ ਜੇ ਬੰਨ੍ਹਦੇ ਸੀਗੇ ਤਾਂ ਵਧੀਆ ਨਹੀਂ ਵੱਜਦੀ ਸੀ। ਤਾਂ ਦੂਜੇ ਬੱਚੇ ਆਪਣੇ ਕਮਿਊਨਿਟੀ ਦੇ ਕਈ ਬੱਚੇ ਟੀਚ ਕਰਦੇ ਵੀ ਕੀ ਬੰਨਿਆ ਹੋਇਆ, ਕਿੱਦਾਂ ਸੋਹਣੀ ਲੱਗਦੀ। ਸਾਲ ਤੋਂ ਅਸੀਂ ਸੇਵਾ ਕਰ ਰਹੇ ਹਾਂ। ਸਾਲ ਦੇ ਵਿੱਚ ਸਾਡਾ ਟੀਚਾ ਹੁੰਦਾ ਵੀ 300-400 ਬੱਚੇ ਨੂੰ ਅਸੀਂ ਦਸਤਾਰ ਸਿਖਾ ਦਿੰਦੇ ਹਾਂ। ਕਈ ਵਾਰੀ ਸਾਡੇ ਕੋਲੇ ਇਦਾਂ ਦੇ ਬੱਚੇ ਵੀ ਆ ਜਾਂਦੇ ਆ ਵੀ ਪੇਰੈਂਟਸ ਕਹਿੰਦੇ ਹੁੰਦੇ ਵੀ ਯਾਰ ਤੂੰ ਰਹਿਣ ਦੇ ਪੱਗ ਬੰਨ੍ਹਣ ਨੂੰ, ਪਰ ਬੱਚਾ ਕਹਿੰਦਾ ਵੀ ਆਈ ਵਰਨਾ ਪੀਏ ਪਿਓਰ ਸਿੱਖ, ਮੈਂ ਬਾਹਰ ਰੱਖਣੇ ਆ। ਸੋਹਣੀ ਦਸਤਾਰ ਬੰਨੀ ਆ ਤਾਂ ਦੂਜਾ ਬੰਦਾ ਦੇਖ ਕੇ ਕਹਿੰਦਾ ਵਾਹ ਹਨਾ ਕਿੰਨਾ ਸੋਹਣੀ ਆ ਨਾ, ਤੇ ਉਹਨੂੰ ਦੇਖ ਕੇ ਦੂਜੇ ਵੀ ਅਟਰੈਕਟ ਹੁੰਦੇ। ਕਹਿੰਦਾ ਵੀ ਇਹਨੇ ਆਪ ਫੋਰਸ ਕਰਦਾ ਮੈਂ ਪੱਗ ਬੰਨਣੀ ਆ। ਕਹਿੰਦਾ ਜੇ ਕਿਤੇ ਬਾਹਰ ਵੀ ਜਾਣਾ ਹੋਵੇ ਨਾ, ਕਹੂਗਾ ਮੈਂ ਪਹਿਲਾਂ ਪੱਗ ਸਿਰ ਤੇ ਬੰਨ ਕੇ ਉਦੋਂ ਬਾਅਦ ਬਾਹਰ ਨਿਕਲਿਆ। ਦੇਖ ਕੇ ਮੈਨੂੰ ਬੜੀ ਖੁਸ਼ੀ ਨਾਜਰ ਸਿੰਘ ਵੀਰ ਜੀ ਨੂੰ, ਵੀ ਬੱਚਿਆਂ ਨੂੰ ਮਤਲਬ ਇਸ ਤਰ੍ਹਾਂ ਇਹ ਪ੍ਰੇਰਿਤ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਅਸੀਂ ਅੱਜ ਆਏ ਹਾਂ ਲਾਈਵ ਕਰਨ ਗੁਰਦੁਆਰਾ ਸਿੰਘ ਸਭਾ ਬੀ ਰੋਡ ਰੈਕਸਟੇਲ। ਇੱਕ ਸੰਸਥਾ ਹੈ, ਬੜੇ ਲੰਬੇ ਸਮੇਂ ਤੋਂ ਪਹਿਲਾਂ ਵੀ ਤੁਹਾਡੇ ਨਾਲ ਬੜੀ ਵਾਰੀ ਤਾਰਫ ਕਰਾਇਆ, ਜਾਣ ਪਛਾਣ ਕਰਾਈ ਹੈਗੀ ਆ। ਸਿੱਖ ਮੋਟਰਸਾਈਕਲ ਕਲੱਬ ਉਹਨਾਂ ਵੱਲੋਂ ਸਮੇਂ-ਸਮੇਂ 'ਤੇ ਜਿਹੜੇ ਦਸਤਾਰ ਸਿਖਲਾਈ ਜਿਹੜੇ ਕੈਂਪ ਹੈਗੇ ਆ ਉਹ ਲਗਾਏ ਜਾਂਦੇ ਆ, ਅਵੇਅਰਨੈਸ ਕਿ ਕਿਸ ਤਰ੍ਹਾਂ ਕੈਨੇਡੀਅਨ ਜਿਹੜੇ ਬੱਚੇ ਹੈਗੇ ਆ ਜਿਨ੍ਹਾਂ ਦੇ ਮਨ ਵਿੱਚ ਇਹ ਰੀਝ ਪੈਦਾ ਕਰਨੀ ਪੈਂਦੀ ਆ। ਬਹੁਤ ਸਾਰੇ ਉਹਨਾਂ ਦੇ ਮਨਾਂ ਵਿੱਚ ਤੌਖਲੇ ਹੁੰਦੇ ਆ ਕਿ ਉਹਨਾਂ ਨੂੰ ਜਿਹੜੀ ਦਸਤਾਰ ਆ ਉਹ ਸਜਾਉਣੀ ਕਈ ਵਾਰੀ ਨਹੀਂ ਆਉਂਦੀ, ਇਸੇ ਕਰਕੇ ਉਹ ਦਸਤਾਰ ਨਹੀਂ ਸਜਾ ਪਾਉਂਦੇ, ਜਾਂ ਉਹਨਾਂ ਦੇ ਮਨ ਵਿੱਚ ਇੱਕ ਚੇਸ਼ਟਾ ਪੈਦਾ ਕਰਨੀ ਪੈਂਦੀ ਆ, ਇੱਕ ਚਾਹਤ ਕਿ ਦਸਤਾਰ ਕਿੱਦਾਂ ਸਜਾਈ ਜਾਂਦੀ ਆ, ਉਹਦੇ ਕੀ ਰੂਲ ਹੁੰਦੇ ਆ। ਐਟਲੀਸਟ ਹਰ ਚੀਜ਼ ਦੀ ਜਿੱਦਾਂ ਟੈਕਨੀਕ ਦੀ ਲੋੜ ਹੁੰਦੀ ਆ। ਸੋ ਦਸਤਾਰ ਸਜਾਉਣ ਦੀ ਟੈਕਨੀਕ, ਦਸਤਾਰ ਦੀ ਮਹੱਤਤਾ ਤੇ ਦਸਤਾਰ ਦਾ ਸਿੱਖ ਬੱਚਿਆਂ ਦੇ ਲਈ ਤੇ ਸਿੱਖ ਕੌਮ ਦੇ ਲਈ ਕੀ ਮਹੱਤਵ ਹੈਗਾ, ਇਹਦੇ ਲਈ ਸਿੱਖ ਮੋਟਰਸਾਈਕਲ ਕਲੱਬ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈਗਾ ਆ। ਸੋ ਅੱਜ ਵੀ ਅਸੀਂ ਖੜੇ ਹੈਗੇ ਆ ਸਿੱਖ ਮੋਟਰਸਾਈਕਲ ਕਲੱਬ ਦੇ ਨਾਲ ਸਾਰੇ ਸੇਵਾਦਾਰਾਂ ਦੇ ਨਾਲ, ਅਤੇ ਹੋਰ ਸੰਗਤ ਇੱਥੇ ਆਈ ਆ। ਅਸੀਂ ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਹਰ ਵਾਰ ਇੱਥੇ ਅਲੱਗ-ਅਲੱਗ ਥਾਵਾਂ ਦੇ ਉੱਪਰ ਇਹ ਸੇਵਾ ਸੰਸਥਾ ਵੱਲੋਂ ਕੀਤੀ ਜਾਂਦੀ ਆ। ਸੋ ਅਸੀਂ ਮੁੱਖ ਤੌਰ 'ਤੇ ਗੱਲ ਕਰਾਂਗੇ ਮੇਨ ਤੌਰ 'ਤੇ ਸਰਦਾਰ ਨਾਜਰ ਸਿੰਘ, ਜਿਹੜੇ ਸੇਵਾਦਾਰ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੈਗੇ ਆ ਸਿੱਖ ਮੋਟਰਸਾਈਕਲ ਕਲੱਬ ਦੇ ਨਾਲ। ਹੋਰ ਵੀ ਜਿੰਨੇ ਇੱਥੇ ਬੱਚੇ ਆਏ ਹੈਗੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਦਸਤਾਰਾਂ ਸਜਾਈਆਂ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਹਿਲਾਂ ਅਸੀਂ ਗੱਲਬਾਤ ਕਰਾਂਗੇ ਸਰਦਾਰ ਨਾਜਰ ਸਿੰਘ ਹੁਣਾਂ ਨਾਲ ਕਿ ਸਿੱਖ ਮੋਟਰਸਾਈਕਲ ਕਲੱਬ ਦਾ ਇਹ ਜਿਹੜਾ ਉਪਰਾਲਾ ਹੈਗਾ ਆ, ਐਕਚੁਅਲੀ ਇਹਦਾ ਮਤਲਬ ਕੀ ਹੈਗਾ ਤੇ ਇਹ ਸੰਸਥਾ ਜਿਹੜੀ ਹੈਗੀ ਆ ਕਿੰਨਾ ਟੀਚਿਆਂ ਨੂੰ ਲੈ ਕੇ ਚੱਲ ਰਹੀ ਆ। ਉਹਦੇ ਵਿੱਚ ਜਿਹੜੇ ਦਸਤਾਰ ਸਜਾਉਣ ਦੇ ਜਿਹੜੇ ਸਿਖਲਾਈ ਹੈਗੀ ਆ, ਉਹਦੇ ਪਿੱਛੇ ਪਰਪਸ ਕੀ ਹੈਗਾ। ਸੋ ਨਾਜਰ ਸਿੰਘ ਜੀ, ਸਵਾਗਤ ਹੈ ਤੁਹਾਡਾ ਬਹੁਤ-ਬਹੁਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਾਜਰ ਸਿੰਘ ਜੀ, ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਆਪਣੀ ਸੰਸਥਾ ਬਾਰੇ ਦੱਸੋ, ਤੇ ਜਿਹੜਾ ਖਾਸ ਕਰਕੇ ਦਸਤਾਰ ਸਜਾਉਣ ਦੀ ਜਿਹੜੀ ਸਿਖਲਾਈ ਹੈਗੀ ਆ, ਕੀ ਲੋੜ ਪਈ ਆ ਬੱਚਿਆਂ ਨੂੰ ਦੱਸਣ ਦੀ ਹੈਗੀ ਆ ਕਿ ਇੱਥੇ ਤੁਸੀਂ ਇੰਨਾ ਸਮਾਂ ਕੱਢ ਕੇ ਆਉਂਦੇ ਹੈਗੇ, ਸਾਰੇ ਜਿੰਨੇ ਸਿੰਘ ਆਉਂਦੇ ਹੋ, ਇਹਦੇ ਪਿੱਛੇ ਮਕਸਦ ਕੀ ਆ? ਹਾਂਜੀ, ਜਿਹੜੀ ਸਿੱਖ ਮੋਟਰਸਾਈਕਲ ਕਲੱਬ ਹੈਗੀ ਨਾਨ ਪ੍ਰੋਫਿਟੇਬਲ ਆਰਗੇਨਾਈਜੇਸ਼ਨ। ਸੋ ਸਾਡੀ ਜਿਹੜੀ ਸੰਸਥਾ ਹੈਗੀ ਆ ਕਮਿਊਨਿਟੀ ਦੇ ਕੰਮਾਂ ਵਿੱਚ, ਜਿਵੇਂ ਡਾਇਬਟੀ ਕੈਨੇਡਾ ਵਾਸਤੇ ਜਾਂ ਅੱਡੋ ਅੱਡੀ ਸੋਸ਼ਲ ਵਰਕ ਬਹੁਤ ਜ਼ਿਆਦਾ ਕਰਦੀ ਆ। ਸੋ ਉਸ ਨੂੰ ਮਕਸਦ ਰੱਖਦੇ ਕਿਉਂਕਿ ਪਹਿਲਾਂ ਅਸੀਂ 10 ਸਾਲ ਫਾਈਟ ਕੀਤੀ। ਪਹਿਲਾਂ ontario ਵਿੱਚ ਤੁਸੀਂ ਪੱਗ ਬੰਨ੍ਹ ਕੇ ਮੋਟਰਸਾਈਕਲ ਨਹੀਂ ਚਲਾ ਸਕਦੇ ਸੀ। ਸੋ 10 ਸਾਲ ਅਸੀਂ ਫਾਈਟ ਕੀਤੀ। ਉਸ ਤੋਂ ਬਾਅਦ 10 ਸਾਲ ਤੋਂ ਬਾਅਦ ਡਗ ਫੋਰਡ ਨੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹ ਕਹਿੰਦੇ ਵੀ ਤੁਸੀਂ ਹੁਣ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾ ਸਕਦੇ ਹੋ। ਇੱਥੇ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਕਿ ਜਿਹੜੀ ਸਿੱਖ ਮੋਟਰਸਾਈਕਲ ਕਲੱਬ ਆ, ਇਸ ਇਕੱਠੀਆਂ ਹੀ ਸਾਰੇ ਕਲੱਬਾਂ, ਜਿਵੇਂ BC ਕੈਨੇਡਾ, ਸਾਰੇ ਇੱਕੋ ਬੈਨਰ ਥੱਲੇ ਕਲੱਬਾਂ ਕੰਮ ਕਰਦੀਆਂ। ਸੋ ਪਹਿਲਾਂ BC ਵਾਲਿਆਂ ਨੂੰ ਆਲਮੋਸਟ 17 ਸਾਲ ਲੱਗ ਗਏ ਦਸਤਾਰ ਲਈ ਫਾਈਟ ਕੀਤਾ। ਤਾਂ ਸਾਨੂੰ ਵਾਹਿਗੁਰੂ ਦੀ ਕਿਰਪਾ ਨਾਲ ਡਗ ਫੋਰਡ ਨੇ ਵਿਦਨ ਲਾਈਕ 10 ਈਅਰ ਲਾਸਟ ਈਅਰ
ਉਹ ਪ੍ਰੀਮੀਅਰ ਬਣਨ ਤੋਂ ਪਹਿਲਾਂ ਉਹਨੇ ਪ੍ਰੋਮਿਸ ਕੀਤਾ, ਸੋ ਹੀ ਮੇਡ ਹਿਸ ਪ੍ਰੋਮਿਸ। ਸੋ ਥੈਂਕ ਯੂ ਨਾ, ਧੰਨਵਾਦ ਜੀ। ਸੋ ਪਹਿਲਾਂ ਤੇ ਜਿਹੜਾ ਉਹਨਾਂ ਦੱਸਿਆ ਕਿ ਦਸਤਾਰ ਸਜਾਉਣ ਦੀ ਸਿਖਲਾਈ ਤੋਂ ਪਹਿਲਾਂ ਇਹ ਜਿਹੜਾ ਟਾਸਕ ਸੀਗਾ ਕੈਨੇਡਾ ਦੇ ਸਿਸਟਮ ਦੇ ਵਿੱਚ, ਬਹੁਤ ਸਾਰੇ ਦੇਸ਼ਾਂ 'ਚ ਇਦਾਂ ਹੈਗਾ, ਲੇਕਿਨ ਕੈਨੇਡਾ ਦੇ ਵਿੱਚ ਹੁਣ ਇਹਨਾਂ ਨੇ ਐਟਲੀਸਟ ਇਹ ਗੱਲ ਕਰਵਾਈ ਹੈਗੀ ਆ ਕਿ ਇੱਥੇ ਵੀ ਜਿਹੜੇ ਮੋਟਰਸਾਈਕਲ ਰਾਈਡਰ ਹੈਗੇ ਆ, ਜਿਹੜੇ ਮੋਟਰਸਾਈਕਲ ਚਲਾਉਂਦੇ ਆ, ਉਹਨਾਂ ਨੂੰ ਹੈਲਮਟ ਪਾਉਣਾ ਪੈਂਦਾ ਸੀ। ਹੈਲਮਟ ਪਾਉਣ ਤੋਂ ਭਾਵ ਹੈ ਕਿ ਜਿਹੜਾ ਸਿੱਖ ਦਸਤਾਰ ਸਜਾਉਂਦਾ ਸੀ ਉਹਨੂੰ ਆਪਣੀ ਦਸਤਾਰ ਨਾ ਸਜਾ ਕੇ ਹੈਲਮਟ ਪਾਉਣਾ ਪੈਂਦਾ ਸੀਗਾ। ਇਹਦੇ ਲਈ ਪਹਿਲਾਂ ਬੜੀ ਵੱਡੀ ਲੰਮੀ ਲੜਾਈ ਲੜੀ ਹੈਗੀ ਆ ਸੰਸਥਾ ਨੇ। ਉਹ ਉਹਨਾਂ ਨੇ ਦੱਸਿਆ ਹੈਗਾ ਆ ਕਿ ਕਿੰਨੇ ਸਾਲ BCL ਲੱਗੇ ਆ, ਇੱਥੇ ਵੀ ਪਹੁੰਚ ਕੀਤੀ। ਇੱਥੋਂ ਦੇ ਪ੍ਰੀਮੀਅਰ ਡੱਗ ਫੋਰਡ ਜਿਹੜੇ ਹੈਗੇ ਆ, ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ। ਐਟਲੀਸਟ ਹੁਣ ਕੈਨੇਡਾ ਦੇ ਜਿਹੜੇ ਬਹੁਤ ਸਾਰੇ ਸਟੇਟ ਹੈਗੇ ਆ, ਉਹਨਾਂ ਦੇ ਵਿੱਚ ਕੁਝ ਸਟੇਟਾਂ ਨੂੰ ਛੱਡ ਕੇ ਉੱਥੇ ਜਿਹੜਾ ਸਿੱਖ ਜਿਹੜੇ ਹੈਗੇ ਆ, ਜਿਨ੍ਹਾਂ ਦਾ ਸਿੱਖ ਧਰਮ ਦੇ ਵਿੱਚ ਬਲੀਵ ਹੈਗਾ ਤੇ ਜਿਹੜੇ ਉਹਨੂੰ ਫਾਲੋ ਕਰਦੇ ਹੈਗੇ ਆ, ਉਹ ਦਸਤਾਰ ਸਜਾ ਕੇ ਆਪਣਾ ਮੋਟਰਸਾਈਕਲ ਚਲਾ ਸਕਦੇ ਆ। ਇੱਕ ਅਲੱਗ ਪਹਿਚਾਣ ਬਣਦੀ ਆ ਜਦੋਂ ਮੈਂ ਖੁਦ ਜਾਂ ਸੰਗਤ ਦੇਖਦੀ ਹੈਗੀ ਆ ਕਿ ਕਿਸ ਤਰ੍ਹਾਂ ਇੱਕ ਸਿੱਖ ਜਿਹੜਾ ਹੈਗਾ ਜਦੋਂ ਮੋਟਰਸਾਈਕਲ ਦੇ ਦਸਤਾਰ ਸਜਾ ਕੇ ਜਾਂਦਾ ਹੈਗਾ, ਆਪਣੇ ਆਪ ਦੇ ਵਿੱਚ ਹੀ ਇਹ ਸਿੱਖੀ ਦਾ ਪ੍ਰਚਾਰ ਹੈਗਾ ਆ। ਸੋ ਅਸਲੀ ਕੋਈ ਸਵਾਲ ਕਰਾਂਗੇ ਅਸੀਂ। ਤੁਸੀਂ ਦੱਸਿਓ ਨਾਜ਼ਰ ਸਿੰਘ ਜੀ ਕਿ ਐਕਚੁਅਲੀ ਹੁਣ ਜਿਹੜਾ ਆਪਾਂ ਬੱਚਿਆਂ ਨੂੰ ਸਿਖਲਾਈ ਦਿੰਦੇ ਹੈਗੇ ਆ, ਐਕਚੁਅਲੀ ਕੀ ਲੋੜ ਹੈਗੀ ਆ? ਜਿੱਦਾਂ ਕਿਉਂ ਬੱਚਿਆਂ ਨੂੰ ਇਦਾਂ ਸਿਖਲਾਈ ਦੇਣ ਦੀ ਲੋੜ ਪੈਂਦੀ ਆ? ਉਹ ਆਪਣੇ ਆਪ ਜਾਂ ਉਹਨਾਂ ਦੇ ਮਨਾਂ 'ਚ ਕੀ ਹੈਗਾ? ਤੁਸੀਂ ਕੀ ਦੇਖਦੇ ਹੋ? ਹਾਂਜੀ, ਮੈਂ ਫਾਈਂਡ ਆਊਟ ਕੀਤਾ ਭਾਜੀ, ਕਿਉਂਕਿ ਪਹਿਲਾਂ ਮੈਂ ਐਜ਼ ਰਜਿਸਟਰਡ ਏਜੰਟ ਕੰਮ ਕਰਦਾ। ਸੋ ਮੈਂ ਕਿਸੇ ਨੂੰ ਘਰ ਵੇਚਿਆ ਤੇ ਉਹਨਾਂ ਦੇ ਬੱਚਿਆਂ ਦੇ, ਜਿਵੇਂ ਆਪ ਬੱਚਾ ਛੋਟਾ ਗਾ, ਉਹਦਾ ਕੋਈ ਜੂੜਾ ਸੀਗਾ। ਸੋ ਸੈਕੰਡ ਟਾਈਮ ਜਦੋਂ ਮੈਂ ਵੇਚਿਆ ਤਾਂ ਉਹਨਾਂ ਦੇ ਬੱਚਿਆਂ ਦੇ ਵਾਲ ਕਟਾਏ ਹੋਏ ਸੀਗੇ। ਸੋ ਮੈਂ ਪੇਰੈਂਟਸ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਉਹਨਾਂ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਵਾਲ ਕਾਹਤੋਂ ਕੱਟੇ ਆ? ਉਹ ਕਹਿੰਦਾ ਵੀ ਸਾਨੂੰ ਦਸਤਾਰ ਬੰਨ੍ਹਣੀ ਚੱਜ ਨਾਲ ਆਉਂਦੀ ਨਹੀਂ ਸੀਗੀ, ਜੇ ਬੰਨ੍ਹਦੇ ਸੀਗੇ ਤਾਂ ਵਧੀਆ ਨਹੀਂ ਵੱਜਦੀ ਸੀ, ਤਾਂ ਦੂਜੇ ਬੱਚੇ ਆਪਣੇ ਕਮਿਊਨਿਟੀ ਦੇ ਕਈ ਬੱਚੇ ਟੀਚ ਕਰਦੇ ਵੀ ਕੀ ਬੰਨਿਆ ਹੋਇਆ, ਕਿੱਦਾਂ ਸੋਹਣੀ ਨਹੀਂ ਲੱਗਦੀ ਹੈ ਨਾ। ਸੋ ਕਿਉਂਕਿ ਬਾਕੀ ਉਸ ਤੋਂ ਇਲਾਵਾ ਮੈਂ ਸੋਚਿਆ ਵੀ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਅਤੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਆਪਾਂ ਕਲਾਸਾਂ ਲਗਾਈਏ। ਸੋ ਪਹਿਲਾਂ ਮੈਂ 2 ਘੰਟੇ ਕਲਾਸ ਲਾਉਂਦਾ ਹੁੰਦਾ ਸੀਗਾ। ਉਸ ਤੋਂ ਬਾਅਦ ਕੁਦਰਤੀ ਸਿੱਖ ਮੋਟਰ ਕਲੱਬ ਦੀ ਰੈਸਟਰ ਗੁਰਦੁਆਰਾ ਸਾਹਿਬ ਵਿਖੇ ਕਲਾਸ ਲੱਗੀ ਹੋਈ ਸੀ ਦਸਤਾਰਾਂ ਦੀ। ਤਾਂ ਇੰਦਰਜੀਤ ਭਾਜੀ ਮੈਨੂੰ ਕਹਿੰਦੇ ਵੀ ਤੂੰ ਵੀ ਸੇਵਾ ਕਰ। ਤਾਂ ਸੇਵਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਇੱਦਾਂ ਚੱਲਿਆ ਕੰਮ, ਅਤੇ ਮਗਰ ਮੁੜ ਕੇ ਦੇਖਿਆ ਨਹੀਂ। ਆਲਮੋਸਟ 10 ਸਾਲ ਤੋਂ ਅਸੀਂ ਸੇਵਾ ਕਰ ਰਹੇ ਹਾਂ। ਸਾਲ ਦੇ ਵਿੱਚ ਸਾਡਾ ਟੀਚਾ ਹੁੰਦਾ ਵੀ 300-400 ਬੱਚੇ ਨੂੰ ਅਸੀਂ ਦਸਤਾਰ ਸਿਖਾ ਦਿੰਦੇ ਹਾਂ। ਪਰ ਗੁਰੂ ਦੀ ਕਿਰਪਾ ਨਾਲ ਦੱਸਣਾ ਚਾਹੁੰਦਾ ਵੀ ਕਈ ਵਾਰੀ ਸਾਡੇ ਕੋਲ ਇੱਦਾਂ ਦੇ ਬੱਚੇ ਵੀ ਆ ਜਾਂਦੇ ਆ ਵੀ ਪੇਰੈਂਟਸ ਕਹਿੰਦੇ ਹੁੰਦੇ ਵੀ ਯਾਰ ਤੂੰ ਰਹਿਣ ਦੇ ਪੱਗ ਬੰਨ੍ਹਣ ਨੂੰ, ਪਰ ਬੱਚਾ ਕਹਿੰਦਾ ਵੀ ਆਈ ਵਾਨਾ ਵੀ ਪਿਓਰ ਸਿੱਖ, ਮੈਂ ਬਾਹਰ ਰੱਖਣੇ ਆ। ਫਿਰ ਨਾ ਇੱਕ ਹਿੰਦੂ ਫੈਮਿਲੀ ਦੀ ਘਟਨਾ ਹੋਈ ਆ, ਅਤੇ ਪੇਰੈਂਟਸ ਕਹਿੰਦੇ ਵੀ ਰਹਿਣ ਦੇ ਤੂੰ ਹੈ ਨਾ, ਪਰ ਉਹ ਕਹਿੰਦਾ ਵੀ ਮੈਂ ਪਿਓਰ ਸਿੱਖ ਬਣਨਾ, ਮੈਂ ਦਸਤਾਰ ਸਿੱਖਣੀ ਆ। ਕਿਉਂਕਿ ਉਹ ਸੋਹਣੀ ਦਸਤਾਰ ਬੰਨੀ ਆ ਨਾ, ਜਦੋਂ ਸੋਹਣੀ ਦਸਤਾਰ ਬੰਨੀ ਆ ਤਾਂ ਦੂਜਾ ਬੰਦਾ ਦੇਖ ਕੇ ਕਹਿੰਦਾ ਵਾਹ ਹੈ ਨਾ, ਕਿੰਨਾ ਸੋਹਣੀ ਆ ਨਾ। ਅਤੇ ਉਹ ਵੀ ਰਹਿਣ ਦੇ ਤੂੰ ਹੈ ਨਾ, ਪਰ ਉਹ ਕਹਿੰਦਾ ਵੀ ਮੈਂ ਪਿਓਰ ਸਿੱਖ ਬਣਨਾ, ਮੈਂ ਦਸਤਾਰ ਸਿੱਖਣੀ ਆ। ਕਿਉਂਕਿ ਉਹ ਸੋਹਣੀ ਦਸਤਾਰ ਬੰਨੀ ਆ ਨਾ, ਜਦੋਂ ਸੋਹਣੀ ਦਸਤਾਰ ਬੰਨੀ ਆ ਤਾਂ ਦੂਜਾ ਬੰਦਾ ਦੇਖ ਕੇ ਕਹਿੰਦਾ ਵਾਹ ਹੈ ਨਾ, ਕਿੰਨਾ ਸੋਹਣੀ ਆ ਨਾ, ਅਤੇ ਉਹਨੂੰ ਦੇਖ ਕੇ ਦੂਜੇ ਵੀ ਅਟਰੈਕਟ ਹੁੰਦੇ ਆ। ਮੈਂ ਜਿਹੜਾ ਬੱਚਿਆਂ ਦੇ ਸੰਬੰਧੀ ਇੱਕ ਸਵਾਲ ਕਰੂੰਗੀ। ਤੁਹਾਡੇ ਕੋਲ ਬੱਚੇ ਆਉਂਦੇ ਹੈਗੇ ਆ, ਐਟਲੀਸਟ ਕੋਈ ਬੱਚਾ ਸ਼ਾਇਦ ਘਰੇ ਵੀ ਟਰਾਈ ਕਰਦਾ ਹੋਊ ਦਸਤਾਰ ਸਜਾਉਣ ਦੀ, ਕਈ ਵਾਰੀ ਉਹਨੇ ਕੀਤੀ ਹੋਊਗੀ, ਰਾਈਟ? ਜਦੋਂ ਉਹਨੂੰ ਨਹੀਂ ਬੰਨਣੀ, ਕਈ ਵਾਰੀ ਨਹੀਂ ਆਉਂਦੀ, ਪੇਰੈਂਟਸ ਕਈ ਵਾਰੀ ਆਪ ਦਸਤਾਰ ਨਹੀਂ ਸਜਾਉਂਦੇ, ਕਈ ਸਜਾਉਂਦੇ ਆ, ਕਈ ਨਹੀਂ ਸਜਾਉਂਦੇ। ਲੇਕਿਨ ਬੱਚੇ ਕਈ ਵਾਰੀ, ਉਹ ਪੇਰੈਂਟਸ ਵੀ ਚਾਹੁੰਦੇ ਹੁੰਦੇ ਆ ਕਿ ਸਾਡੇ ਬੱਚੇ ਦਸਤਾਰ ਸਜਾਉਣ ਕਈ ਵਾਰ, ਹਾਂਜੀ। ਅਤੇ ਕਈ ਵਾਰੀ ਬੱਚੇ ਆਪਣੇ ਤੌਰ 'ਤੇ ਸੋਚਦੇ ਆ ਕਿ ਅਸੀਂ ਵੀ ਦਸਤਾਰ ਸਜਾਈਏ, ਲੇਕਿਨ ਉਹ ਘਰੇ ਟਰਾਈ ਕਰਦੇ ਹੈਗੇ ਆ, ਉਹਨਾਂ ਨੂੰ ਨਹੀਂ ਟੈਕਨੀਕ ਦਾ ਪਤਾ, ਅਤੇ ਉਹ ਕਿਉਂਕਿ ਪੇਰੈਂਟਸ ਨਹੀਂ ਦੱਸ ਪਾਉਂਦੇ, ਕਈ ਵਾਰੀ ਸਮੇਂ ਦੀ ਘਾਟ, ਜਾਂ ਲਾ ਲਓ ਕਿ ਕਿਸੇ ਦੇ ਸਿਰ ਤੇ ਜਦੋਂ ਆਪਾਂ ਪੱਗ ਸਜਾਉਂਦੇ ਹਾਂ, ਆਪਣੇ ਸਿਰ ਤੇ ਦਸਤਾਰ ਸਜਾਉਣੀ ਹੋਰ ਗੱਲ ਆ, ਲੇਕਿਨ ਦੂਜੇ ਦੇ ਸਿਰ ਤੇ ਜੋ ਦਸਤਾਰ ਸਜਾਉਂਦੇ ਆ ਉਹਦਾ ਫਰਕ ਆ। ਸੋ ਤੁਸੀਂ ਕੀ ਟੈਕਨੀਕ ਹੈ, ਕਿਹੜੇ ਤਰੀਕੇ ਨਾਲ ਤੁਸੀਂ ਬੱਚੇ ਦੇ ਵਿੱਚ ਵਿਸ਼ਵਾਸ ਭਰਦੇ ਹੋ ਕਿ ਦਸਤਾਰ ਸਜਾਈ ਜਾ ਸਕਦੀ ਆ ਵਧੀਆ? ਹਾਂਜੀ, ਸਭ ਤੋਂ ਪਹਿਲਾਂ ਮੇਰਾ ਹੁੰਦਾ ਟੀਚਾ ਵੀ ਜਿਹੜੀ ਕੋਈ ਚੀਜ਼ ਆਪਾਂ ਪ੍ਰੋਡਕਟ ਲੈਣ ਜਾਂਦੇ ਕੋਈ ਮਾਰਕੀਟ ਵਿੱਚ, ਆਪਾਂ ਨੂੰ ਪ੍ਰੋਡਕਟ ਬਾਰੇ ਨੌਲੇਜ ਚਾਹੀਦੀ ਹੈ ਨਾ। ਹਾਂਜੀ, ਵੀ ਵਾਈ ਮੈਂ ਖਰੀਦਣਾ ਕਾਹਤੋਂ ਆਉਣਾ। ਸੋ ਮੇਰੇ ਤੋਂ ਬੱਚੇ ਮੇਰੇ ਕੋਲ ਆਉਂਦੇ ਆ, ਪਹਿਲਾਂ ਮੈਂ ਉਹਨਾਂ ਨੂੰ ਕਈ ਕੁਐਸਚਨ ਪੁੱਛਦਾ ਵੀ ਵਾਈ ਯੂ ਵਾਨਾ ਬੀ ਅ ਟਰਬਨ, ਦਸਤਾਰ ਕਾਹਤੋਂ ਬੰਨਣੀ ਹੈ ਨਾ। ਸੋ ਕਈ ਬੱਚਿਆਂ ਨੂੰ ਪਤਾ ਹੁੰਦਾ ਦਸਤਾਰ ਬਾਰੇ, ਉਹ ਦੱਸ ਦਿੰਦੇ ਆ ਨਾ ਵੀ ਇਟਸ ਓਵਰ ਆਇਡੈਂਟੀਟੀ ਹੈ ਨਾ, ਇਟਸ ਓਵਰ ਬੋਡੀ ਪਾਰਟ। ਹੁਣ ਕਈ ਬੱਚਿਆਂ ਨੂੰ ਪਤਾ ਨਹੀਂ ਹੁੰਦਾ, ਉਹ ਕਹਿਣਗੇ ਵੀ ਮੈਂ ਸੋਹਣਾ ਲੱਗੂੰਗਾ ਹੈ ਨਾ, ਜਾਂ ਮੇਰੇ ਪੇਰੈਂਟਸ ਮੈਨੂੰ ਲੈ ਕੇ ਆਏ ਮੈਂ ਤਾਂ ਬੰਨਣੀ ਹੈ ਨਾ। ਸੋ ਕਲਾਸ ਲਾਉਣ ਤੋਂ ਪਹਿਲਾਂ ਉਹਨਾਂ ਨੂੰ ਬੱਚਿਆਂ ਨੂੰ ਸਿੱਖੀ ਬਾਰੇ ਦੱਸੀ ਦਾ, ਹਿਸਟਰੀ ਬਾਰੇ ਦੱਸਿਆ ਵੀ ਵਾਈ ਵੀ ਵਾਨਾ ਬੀ ਅ ਟਰਬਨ, ਦਸਤਾਰ ਕਿਉਂ ਬੰਨਣੀ ਆ, ਸਾਡੇ ਲਈ ਕਿਉਂ ਜ਼ਰੂਰੀ ਆ। ਕਿਉਂਕਿ ਜੇ ਉਹਨਾਂ ਨੂੰ ਪਤਾ ਨਹੀਂ ਹੋਊਗਾ ਵਾਈ ਦੇ ਵਾਨਾ ਬੀ ਅ ਡੈਟ ਨਾ। ਉਸ ਤੋਂ ਬਾਅਦ ਜਿਵੇਂ ਤੁਸੀਂ ਪੇਰੈਂਟਸ ਵਾਲੀ ਗੱਲ ਕੀਤੀ ਆ, ਹੁਣ ਜਿਵੇਂ ਭਾਜੀ ਆਏ ਹੋਏ ਆ ਹੈ ਨਾ, ਉਹ ਬੱਚਿਆਂ ਨੂੰ ਘਰੇ ਉਹਨਾਂ ਨੇ ਟਰਾਈ ਕੀਤੀ ਹੈ ਨਾ, ਕਿਉਂਕਿ ਇਹਦੇ ਵਿੱਚ ਦਸਤਾਰ ਦੇ ਵਿੱਚ ਟੀਚਰ ਹੀ ਹੁੰਦਾ, ਠੀਕ ਹੈ ਨਾ। ਜਿਵੇਂ
MA ਜਾਂ B.Ed ਕਰਨ ਤੋਂ ਬਾਅਦ ਜਿਹੜਾ B.Ed ਕਰਦਾ ਹੁੰਦਾ ਉਹਨੂੰ ਡਿਫਰੈਂਟ ਲੈਵਲ ਦਾ ਦੱਸਦਾ ਵੀ ਬੱਚਿਆਂ ਨਾਲ ਟਰੀਟ ਕਿੱਦਾਂ ਕਰਨਾ, ਇਹਨਾਂ ਦੇ ਲੈਵਲ ਤੇ ਜਾ ਕੇ ਇਹਨਾਂ ਨੂੰ ਕਿੱਦਾਂ ਸਿਖਾਉਣਾ ਹੈ ਨਾ। ਸੋ ਬੱਚਿਆਂ ਨੂੰ ਬੱਚਿਆਂ ਵਾਂਗੂ ਬਣ ਕੇ ਉਹਨਾਂ ਨੂੰ એનર્ਜੀ ਦੇ ਕੇ, ਬੂਸਟ ਦੇ ਕੇ, ਤੁਸੀਂ ਇਦਾਂ ਬਲੀਵ ਨਹੀਂ ਕਰਨਾ ਭਾਜੀ ਇੱਦਾਂ ਦੇ ਬੱਚੇ ਆ ਵੀ ਮੈਨੂੰ ਆਪ ਨੂੰ ਲੱਗਦਾ ਵੀ ਇਹਨਾਂ ਨੇ ਸਿੱਖਣੀ ਨਹੀਂ, ਪਰ ਉਹ ਸਿੱਖ ਕੇ ਗਏ ਹੈ ਨਾ। ਹੁਣ ਜਿਵੇਂ ਹੁਣ ਬੱਚਾ ਸੀ ਪੂਣੀ ਕਰਦਾ ਸੀਗਾ, ਮੈਂ ਉਹਨੂੰ ਦੋਸਤਾਂ ਨੂੰ ਕਿਹਾ, ਮੈਂ ਕਿਹਾ ਤੇਰੇ ਯਾਰ ਤੂੰ ਤਾਂ ਬਹੁਤ ਸੋਹਣੀ ਪੂਣੀ ਕਰਦਾ ਨਾ, ਤੇਰਾ ਕਹਿੰਦਾ ਪੂਣੀ ਬਹੁਤ ਸੋਹਣੀ ਕਰਦਾ, ਇਹ ਤਾਂ ਤੂੰ ਤਾਂ ਸਿੱਧੀ ਸਿੱਖ ਜਾਣਾ। ਉਹ ਇੱਕ ਤਰ੍ਹਾਂ ਦਾ એનર્ਜੀ ਲੈਵਲ ਹੁੰਦਾ ਹੁੰਦਾ। ਪੇਰੈਂਟਸ ਵੇਲੇ ਕਈ ਵਾਰੀ ਪੇਸ਼ੈਂਸ ਨਹੀਂ ਹੁੰਦਾ, ਕਈ ਵਾਰੀ ਉਹਨਾਂ ਨੂੰ ਆਪਦੇ ਬੱਚੇ ਬਾਰੇ ਕਹਿ ਨਹੀਂ ਸਕਦੇ ਨਾ ਕਈ ਗੱਲਾਂ ਨਾ। ਸੋ ਕਈ ਵਾਰੀ ਘੂਰ ਦਿੰਦੇ ਆ, ਘੂਰਨ ਤੋਂ ਬੱਚਾ ਫਿਰ ਕਹਿੰਦਾ ਯਾਰ ਮੈਂ ਨਹੀਂ ਬਣਨੀ ਯਾਰ, ਮੈਨੂੰ ਤਾਂ ਫਿਰ ਕਈ ਵਾਰੀ ਕੋਈ ਬਹਾਨੇ ਲਾਉਣ ਲੱਗ ਜਾਂਦਾ, ਮੇਰਾ ਸਿਰ ਦੁਖਦਾ ਜਾਂ ਹੋਰ ਕੁਝ ਕਰਦਾ। ਸੋ ਕਲਾਸ ਵਿੱਚ ਆਉਣਾ ਸੀ ਪਿਆਰ ਨਾਲ ਬੱਚਿਆਂ ਨੂੰ ਸਿਖਾਉਣੇ ਆ ਵੀ ਇਹ ਚੀਜ਼ ਪਿਆਰ ਦੇ ਨਾਲ ਤੇ ਬੱਚਿਆਂ ਦੇ ਵਿੱਚ ਹੌਸਲਾ ਭਰ ਕੇ ਕਿ ਉਹ ਕੌਨਫੀਡੈਂਸ ਪੈਦਾ ਕਰਦੀ ਆ ਸੰਸਥਾ ਦੇ ਇਹ ਜਿੰਨੇ ਸੇਵਾਦਾਰ ਹੈਗੇ ਆ, ਕਿ ਬੱਚੇ ਦੇ ਵਿੱਚ ਮੇਨ ਤੌਰ ਤੇ ਕੋਈ ਵੀ ਕੰਮ ਕਰਨ ਵਾਸਤੇ ਕੌਨਫੀਡੈਂਸ ਚਾਹੀਦਾ ਹੁੰਦਾ। ਉਹ ਕੌਨਫੀਡੈਂਸ ਬਿਲਡ ਕਰਦੇ ਆ ਬੱਚੇ ਦੇ ਵਿੱਚ, ਤੇ ਉਹਨੂੰ ਦਸਤਾਰ ਸਜਾਉਣ ਦੀ ਜਿਹੜੀ ਟੈਕਨੀਕ ਹੈਗੀ ਆ, ਮੈਂ ਹੁਣੇ ਦੇਖਦਾ ਪਿਆ ਸੀ ਜਦੋਂ ਦਸਤਾਰਾਂ ਸਜਾਈਆਂ ਜਾ ਰਹੀਆਂ ਸੀ ਬੱਚਿਆਂ ਦੇ, ਕਿ ਉਹ ਚੀਜ਼ਾਂ ਮੈਂ ਦਸਤਾਰ ਸਜਾ ਲੈਣਾ ਪਰ ਮੈਨੂੰ ਟੈਕਨੀਕ ਦਾ ਨਹੀਂ, ਆਪਾਂ ਉੱਦਾਂ ਹੀ ਸਿੱਖੀ ਹੋਇਆ, ਲੇਕਿਨ ਉਹ ਚੀਜ਼ਾਂ ਮੈਂ ਵੀ ਦੇਖਦਾ ਪਿਆ ਸੀ ਕਿ ਆਹ ਟੈਕਨੀਕਾਂ ਹੈਗੀਆਂ ਨੇ ਜਿਹਦੇ ਮੈਨੂੰ ਕਦੇ ਹੀ ਨਹੀਂ ਸੀ ਪਤਾ। ਸਹੀ ਗੱਲ ਮੈਂ ਦੱਸਦਾ ਹੈਗਾ, ਉਹ ਟੈਕਨੀਕਾਂ ਦੱਸਣੀਆਂ, ਬੱਚੇ ਵਿੱਚ ਕੌਨਫੀਡੈਂਸ ਪੈਦਾ ਕਰਨਾ, ਆਪਣੀ ਇੱਕ ਵਡਮੁੱਲੀ ਇਹ ਸੇਵਾ ਹੈਗੀ ਆ ਕਿ ਕਿਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਦਸਤਾਰ ਨਾਲ ਸਜਾਉਣਾ। ਨਾਦਰ ਸਿੰਘ ਜੀ, ਮੈਂ ਬੱਚਿਆਂ ਨਾਲ ਗੱਲ ਕਰਨੀ ਚਾਹੂੰਗਾ 2 ਮਿੰਟ। ਮੈਂ ਇੰਗਲਿਸ਼ ਵੀ ਕੈਨ ਟਾਕ ਟੂ ਇੰਗਲਿਸ਼, ਕਮ ਔਨ ਪਲੀਜ਼। ਐਨੀਵਨ ਕਮ। ਸੋ ਤੁਸੀਂ ਪੰਜਾਬੀ 'ਚ ਗੱਲ ਕਰੋਗੇ ਇੰਗਲਿਸ਼? ਇੰਗਲਿਸ਼, ਓਕੇ। ਸੋ ਵੀ ਆਰ ਹੇਅਰ, what is your name please? Girtaj. Girtaj. So we are here, young youths. Girtaj, he recently appeared with turban. It's very good looking turban, right? So he's looking very nice. We will just speak with him that how he's feeling about when he tied his turban, when he wears his turban. So Girtaj, what is your name please? Gurbaz Sogi. Gurbaz Sogi. So what do you feel today here, come here, when they teach you the techniques about the wearing the turban? So what are you feeling today actually? Good. You are feeling good, right? But actually when you try by self, right, at home before, and now you at least wear a very good turban, right? But I want to ask that after that, what the techniques they tell you how to wear a turban, like do you now you are get confidence to wear the turban now? Yeah. Okay. So what is your name please? Gurbaz Sogi. Gurbaz, you can speak Punjabi or English? ਹਾਂਜੀ, ਪੰਜਾਬੀ। Okay, come on. ਸਿੱਖਣਾ ਕੋਈ ਨਹੀਂ ਇਸ ਨਾਲ। ਗੁਰਬਾਜ, ਤੁਸੀਂ ਪਹਿਲਾਂ ਦਸਤਾਰ ਘਰੇ ਸਜਾਉਣ ਦੀ ਟਰਾਈ ਕੀਤੀ ਸੀ? ਹਾਂਜੀ, ਮੈਂ ਓਕੇ। ਕਿੰਨਾ ਸਮਾਂ ਟਰਾਈ ਕਰਦੇ ਸੀ? ਉਹ 1-2 ਮਹੀਨੇ ਲਈ, ਫਿਰ ਹੋਇਆ ਨਹੀਂ। ਓਕੇ। ਪਹਿਲੀ ਗੱਲ ਤਾਂ ਇਹ ਕਿ ਤੁਹਾਨੂੰ ਕਾਂਗਰਸ, ਤੁਸੀਂ ਦਸਤਾਰ ਜਿਹੜੀ ਸਜਾਈ ਹੈਗੀ ਆ, ਇਹਨੇ ਵੀ ਸਜਾਈ ਆ, ਤੁਸੀਂ ਵੀ ਸਜਾਈ ਆ, ਕੱਲਾ ਕੱਲਾ ਪੇਜ ਜਿਹੜਾ ਦਿਸਦਾ ਪਿਆ, ਬਹੁਤ ਸੋਹਣੀ ਲੱਗਦੀ ਪਈ ਆ ਤੇਰੇ ਫੇਸ ਨੂੰ। ਹਾਂਜੀ, ਤੁਹਾਨੂੰ ਇਸ ਗੱਲ ਦੀ ਕਾਂਗਰਸ ਹੈਗਾ, ਵਧਾਈ ਹੈਗੀ ਆ, ਰਾਈਟ? ਹਾਂਜੀ। ਤੇ ਮੈਂ ਸੌਰੀ ਬੱਚਿਆਂ ਨੂੰ ਦੱਸਣਾ ਹੋਣਾ ਕਿ ਇਹ ਮੁੰਡਾ ਇਹਦੇ ਪੇਰੈਂਟਸ ਨਾਲ ਮੈਂ ਗੱਲ ਕਰਦਾ ਸੀ, ਇਹ ਕਹਿੰਦਾ ਵੀ ਇਹਨੇ ਆਪ ਫੋਰਸ ਕਰਦਾ ਮੈਂ ਪੱਗ ਬੰਨ੍ਹਣੀ ਆ। ਕਹਿੰਦਾ ਜੇ ਕਿਤੇ ਬਾਹਰ ਵੀ ਜਾਣਾ ਹੋਵੇ ਨਾ, ਕਹੂਗਾ ਮੈਂ ਪਹਿਲਾਂ ਪੱਗ ਸਿਰ ਤੇ ਬੰਨ੍ਹ ਕੇ ਉਦੋਂ ਬਾਅਦ ਬਾਹਰ ਨਿਕਲਣਾ। ਜੀ ਜੀ, ਗੁੱਡ। ਸੋ ਵੀ ਫੀਲ ਪ੍ਰਾਊਡ ਔਨ ਥੀਸ ਕਾਈਂਡ ਆਫ ਕਿਡਸ, ਲਾਈਕ ਸੋ ਗੁੱਡ ਮੈਨ। ਗੁਰਤਾਜ, ਤੂੰ ਹੁਣ ਫਿਊਚਰ ਦੇ ਵਿੱਚ ਤੁਸੀਂ ਜਿਹੜੀ ਹੈਗੀ ਆ ਟਰਬਨ ਪ੍ਰੈਕਟਿਸ ਕਰਿਆ ਕਰੋਗੇ ਡੇਲੀ? ਹਾਂ, ਡੇਲੀ ਪ੍ਰੈਕਟਿਸ ਮੈਨੂੰ ਵਧੀਆ ਵੀ ਲੱਗਦੀ ਪ੍ਰੈਕਟਿਸ ਕਰਨ ਲਈ, ਫਿਰ ਮੈਨੂੰ ਸਿੱਖਦਾ ਵੀ ਬਹੁਤ ਮੈਂ। ਗੁੱਡ ਗੁੱਡ, ਬਹੁਤ ਵਧੀਆ। ਸੋ ਕੀਪ ਇਟ ਅਪ, ਓਕੇ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨੂੰ ਪ੍ਰੈਕਟਿਸ ਕਰਦੇ ਰਹਿਣਾ, ਫਾਲੋ ਕਰਨਾ, ਔਰ ਲਾਈਫ ਲੌਂਗ ਇਹ ਜਿਹੜੀ ਪੱਗ ਹੈਗੀ ਆ, ਬਹੁਤ ਵੱਡੀਆਂ ਸ਼ਹੀਦੀਆਂ ਹੋਈਆਂ ਇਸ ਪੱਗ ਦੀ ਖਾਤਰ ਸਾਡੀ ਸਿੱਖ ਕੌਮ ਦੇ ਵਿੱਚ, ਉਹਨੂੰ ਸਜਾ ਕੇ ਰੱਖਣਾ। ਜਿਹੜੀ ਸੰਸਥਾ ਨੇ ਟੈਕਨੀਕ ਦੱਸੀ ਆ, ਪ੍ਰੈਕਟਿਸ ਕਰਨਾ। ਗੁੱਡ, ਵੈਰੀ ਗੁੱਡ, ਯੂ ਕੀਪ ਇਟ ਅਪ, you are good, appreciate, right? Yeah. Very good looking, thank you. Okay. ਇਹ ਭਾਜੀ ਇਹਨਾਂ ਬਾਰੇ ਮੈਂ ਦੱਸਣਾ ਚਾਹੁੰਦਾ। ਲੌਕਜੀਤ, ਅਸੀਂ ਇਸ ਤੇ ਟਰਬਨ ਕੰਪੀਟੀਸ਼ਨ ਕਰਵਾਇਆ ਸੀ ਨਾ, ਤੇ ਜਿਹਨੂੰ ਜਿਵੇਂ ਕਹਿੰਦੇ ਆ ਵੀ ਜਿਨ੍ਹਾਂ ਨੂੰ ਕੁਛ ਨਾ ਕੁਛ ਕੌਮ ਦੀ ਖਾਤਰ ਕਰਨਾ ਹੁੰਦਾ, ਉਹ ਕੋਈ ਨਾ ਕੋਈ ਰਾਹ ਲੱਭ ਲੈਂਦੇ ਆ ਨਾ। ਸੋ ਇਹ ਟਰਬਨ ਕੰਪੀਟੀਸ਼ਨ ਕਰਾਇਆ ਤੇ ਮੁੰਡਾ 골ਡ ਮੈਡਲਿਸਟ ਰਿਹਾ ਸਿੱਖ ਮੋਟਰ ਕਲੱਬ ਦੇ ਕੰਪੀਟੀਸ਼ਨ ਦੇ ਵਿੱਚੋਂ। ਸੋ ਉਸ ਤੋਂ ਬਾਅਦ ਮੈਂ ਇੱਕ ਪੇਜ ਦਾ WhatsApp ਪੇਜ ਬਣਾਇਆ, ਤੇ ਮੈਂ ਸਾਰਿਆਂ ਨੂੰ ਕਿਹਾ ਵੀ ਆ ਦਿਖਾਇਆ ਕਰੋ। ਸੋ ਇਹ ਆਪੇ ਹੀ ਵਿਚਾਰਾ ਆਪੇ ਆਉਂਦਾ, ਆਪੇ ਹੀ ਕਈ ਵਾਰੀ ਟਾਈਮ ਕੱਢ ਕੇ ਉੱਧਰ ਉੱਧਰ ਕਰਕੇ ਐਵਰੀ ਸੰਡੇ ਇਹ ਇੱਥੇ ਹੁੰਦਾ। ਕਿ ਮੈਂ ਨਾ ਹੋਵਾਂ ਤਾਂ ਇਹ ਤੇ ਇੱਕ ਦੂਸਰਾ ਮੁੰਡਾ, ਇੱਕ ਉਹ ਮੁੰਡਾ ਨਵਾਂ ਆਇਆ, ਦੋਨੇ ਜਾਣੇ। ਸੋ ਇਹ ਦੋਨੇ ਜਾਣੇ ਆ ਜਾਓ ਬੇਟੇ। ਹਾਂਜੀ। ਸੋ ਪ੍ਰਭ ਕੀ ਤੁਸੀਂ ਆਓ, ਨਾਮ ਕੀ? ਇਹ ਹਰਕੋਮਲ ਸਿੰਘ ਆ ਜੀ। ਹਾਂਜੀ, ਦੇਖੋ ਜੀ, ਜਿਹਨਾਂ ਜਿਹਨੂੰ ਪਿਆਰ ਹੁੰਦਾ ਨਾ ਦਸਤਾਰ ਦੀ ਖਾਤਰ, ਉਹ ਆਪੇ ਆ ਕੇ ਸਿਖਾਉਂਦੇ ਆ ਨਾ।
ਠੀਕ ਹੈ ਨਾ। 7 ਤੋਂ ਬਾਅਦ ਫਿਰ ਇਹਨਾਂ ਨੇ ਯਾਰ ਆਟੋਮੈਟਿਕਲੀ ਇਹ ਆਉਂਦੇ ਆ ਤੇ ਦਸਤਾਰਾਂ ਸਿਖਾਉਂਦੇ ਆ। ਉਹੀ ਮੈਂ ਕਹਿਣਾ ਵੀ ਬੱਚੇ ਜਿਹੜੇ ਪੇਰੈਂਟਸ ਦੇਖ ਰਹੇ ਆ ਵੀ ਤੁਸੀਂ ਇਹ ਨਾ ਫੀਲ ਕਰੋ ਵੀ ਉੱਥੇ ਪਤਾ ਨਹੀਂ ਇੱਕ ਜਣਾ ਹੋਊਗਾ ਤੇ 20 ਬੱਚੇ ਹੋਣਗੇ। ਸਾਡੇ ਕੋਲੇ ਬਹੁਤ ਲੰਬੀ ਲਾਈਨ ਆ ਟਰਬਨ ਕੋਚਾਂ ਦੀ। ਜਿਹੜੇ ਇੰਡੀਆ ਤੋਂ ਮੁੰਡੇ ਸਟੂਡੈਂਟ ਆਇਆ ਨਾ ਉਹਨਾਂ ਦੀ ਲਿਸਟ ਬਣਾਈ ਮੇਰੇ ਕੋਲ 25 ਸਟੂਡੈਂਟ ਮੁੰਡੇ ਆ। ਉਹ ਕਹਿੰਦਾ ਵੀ ਤੁਸੀਂ ਸਟੂਡੈਂਟ ਬੱਚੇ ਲੈ ਕੇ ਆਓ, ਪਟਿਆਲਾ ਸ਼ਾਹੀ, ਮੋਰਨੀ, ਬਟਿਆਂ ਵਾਲੀ ਕਿਸੇ ਵੀ ਤਰ੍ਹਾਂ ਦੀ ਪੱਗ ਸਿੱਖਣੀ। ਦੇਖੋ ਤੁਸੀਂ ਇਹਨਾਂ ਦੇ ਪੱਗਾਂ ਬੰਨੀਆਂ ਹੋਈਆਂ, ਸੋ ਮੌਕੇ ਦੇ ਮਾਰੇ ਸਿੱਖੋ। ਠੀਕ, ਸਾਡੇ ਨਾਲ ਜਿਹੜੇ ਉਹਨਾਂ ਦੇ ਟ੍ਰੇਨਿੰਗ ਹੈਗੇ ਆ, ਟ੍ਰੇਨਿੰਗ ਦਿੰਦੇ ਆ ਕੋਚ, ਜਿਹੜਾ ਆਪਾਂ ਕਹਿ ਸਕਦੇ ਆ ਕਿ ਪੱਗ ਦੀ ਟੈਕਨੀਕ ਦਿੰਦੇ ਆ ਯੰਗ ਯੂਥ। ਜਿੱਦਾਂ ਨਾਜ਼ਰ ਸਿੰਘ ਹੋਣਾ ਦੱਸਿਆ ਕਿ ਕੁਝ ਯੂਥ ਉਹ ਵੀ ਹੈਗੇ ਆ ਜਿਨ੍ਹਾਂ ਨੇ 골ਡ ਮੈਡਲਿਸਟ ਲਿਆ ਹੈਗਾ ਆ, ਸੰਸਥਾ ਦੇ ਨਾਲ ਜੁੜੇ ਸੀਗੇ, ਪੱਗ ਦਸਤਾਰ ਸਜਾਉਣੀ ਸਿੱਖੀ ਸੀਗੀ ਤੇ ਫਿਰ ਸੇਵਾ ਕਰਦੇ ਹੈਗੇ ਡੇਲੀ। ਕੀ ਨਾਮ ਤੁਹਾਡਾ ਵੀਰ ਜੀ? ਅਲੌਕਿਕ ਜੋਤ। ਅਲੌਕਿਕ ਜੋਤ। ਹਾਂਜੀ। ਅਲੌਕਿਕ ਜੋਤ, ਤੁਸੀਂ ਕਦੋਂ ਮੋਟਰਸਾਈਕਲ ਸਿੱਖ ਮੋਟਰਸਾਈਕਲ ਕਲੱਬ ਦੇ ਆਏ ਸੀਗੇ ਸੰਪਰਕ ਵਿੱਚ? ਤੁਹਾਨੂੰ ਪਹਿਲਾਂ ਦਸਤਾਰ ਸਜਾਉਂਦੇ ਸੀ ਆਪ ਹੀ ਕਿ ਜਾਂ ਆਪਣਾ? ਹਾਂਜੀ, ਪਹਿਲਾਂ ਮੈਂ ਮੈਨੂੰ 8 ਸਾਲ ਹੋ ਗਏ ਕੈਨੇਡਾ ਦੇ ਵਿੱਚ, ਤੇ ਮੈਂ ਪਿੱਛੋਂ ਬੈਕ ਹੋਮ ਬਰਨਾਲਾ ਸਿਟੀ ਤੋਂ ਬਿਲੋਂਗ ਕਰਦਾ, ਤੇ ਮੈਨੂੰ ਤਕਰੀਬਨ 10-15 ਸਾਲ ਹੋ ਗਏ ਹੁਣ ਪੱਗ ਬੰਨ੍ਹ ਸਜਾਉਂਦੇ ਨੂੰ। ਤੇ ਉੱਥੇ ਵੀ ਮੈਂ ਆਪਦੇ ਲੋਕਲ ਸਿਟੀ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਸੇਵਾ ਕਰਦਾ ਹੁੰਦਾ ਸੀ ਦਸਤਾਰ ਸਿਖਾਉਣ ਦੀ। ਤੇ ਮੈਂ ਰੀਸੈਂਟਲੀ ਆਪਣਾ ਪਹਿਲਾਂ ਮੈਂ ਮੌਂਟਰੀਅਲ ਸੀਗਾ, ਤੇ ਲਾਸਟ ਅਕਤੂਬਰ ਮੈਂ ਇੱਥੇ ਮੂਵ ਹੋਇਆ ontario ਦੇ ਵਿੱਚ। ਉਦੋਂ ਤੋਂ ਮੈਂ ਭਾਜੀ ਉਹਨਾਂ ਦੇ ਸੰਪਰਕ 'ਚ ਇਹਨਾਂ ਨੇ ਕੰਪੀਟੀਸ਼ਨ ਕਰਾਇਆ ਤਾਂ ਉੱਥੇ ਮੈਂ ਹਿੱਸਾ ਲਿਆ ਤੇ ਮੈਂ 골ਡ ਮੈਡਲਿਸਟ ਸੀਗਾ ਉੱਥੇ ਵੀ। ਤੇ ਇੱਥੇ ਹੁਣ ਐਵਰੀ ਸੰਡੇ ਮੈਂ ਸੇਵਾ ਵਾਸਤੇ ਆਉਣਾ, ਤੇ ਜਿਹੜੇ ਇੱਥੋਂ ਦੇ ਜਵਾਕ ਹੈਗੇ ਆ ਬੌਰਨ, ਤੇ ਉਹਨਾਂ ਨੂੰ ਦਸਤਾਰ 1 by 1 ਤੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ ਅਸੀਂ, ਬੇਸ ਤੋਂ ਲੈ ਕੇ ਪੂਣੀ ਤੋਂ ਲੈ ਕੇ ਸਾਰਾ ਕੁਝ ਐਵਰੀ ਸੰਡੇ ਆਉਂਦੇ ਜੀ? ਐਵਰੀ ਸੰਡੇ 3 ਤੋਂ 5। 3 ਤੋਂ 5? ਹਾਂਜੀ। ਓਕੇ। ਮੇਰੀ ਇੱਕ ਬੇਨਤੀ ਆ ਜੀ, ਖਾਸ ਕਰਕੇ ਪੇਰੈਂਟਸ ਨੂੰ ਜਿਨ੍ਹਾਂ ਦੇ ਬੱਚੇ ਇੱਥੋਂ ਦੇ ਬੌਰਨ ਨੇ ਜਾਂ ਬਰੌਟ ਅਪ ਨੇ, ਕਿਉਂਕਿ ਕਈ ਵਾਰ ਆਪਾਂ ਨੂੰ ਹੁੰਦਾ ਕਿ ਬੱਚੇ ਨਹੀਂ ਜਾਂਦੇ। ਸੋ ਬੱਚਿਆਂ ਨੂੰ ਆਪਾਂ ਭੇਜਣਾ ਐਜ਼ ਅ ਪੇਰੈਂਟਸ, ਇਹ ਆਪਣੀ ਜ਼ਿੰਮੇਵਾਰੀ ਆ ਉਹਨਾਂ ਨੂੰ ਇੱਥੇ ਲੈ ਕੇ ਆਈਏ, ਕਿਉਂਕਿ ਆਪਾਂ ਆਪਣਾ ਡੇਲੀ ਲਾਈਫ ਦੇ ਵਿੱਚੋਂ ਐਟਲੀਸਟ ਵੀਕ ਦੇ 2 ਘੰਟੇ ਤਾਂ ਈਜ਼ੀਲੀ ਕੱਢ ਹੀ ਸਕਦੇ ਆਪਣੇ ਬੱਚਿਆਂ ਲਈ, ਰਾਈਟ? ਸੋ ਇੱਥੇ ਲੈ ਕੇ ਆਓ, 1-on-1 ਟ੍ਰੇਨਿੰਗ ਆਪਾਂ ਦਿੰਦੇ ਆ ਉਹਨਾਂ ਨੂੰ। ਸੋ ਤੁਹਾਨੂੰ ਵਰੀ ਕਰਨ ਦੀ ਲੋੜ ਨਹੀਂ ਕਿ ਸਾਡਾ ਬੱਚਾ ਕਿੱਦਾਂ ਸਿੱਖੂਗਾ, ਇਹਨਾਂ ਨੇ ਸਿੱਖਣੀ ਨਹੀਂ, ਇਹਨੂੰ ਆਉਣੀ ਨਹੀਂ, ਉਹ ਸਾਡੀ ਜ਼ਿੰਮੇਵਾਰੀ ਆ। ਸੋ ਤੁਸੀਂ ਇੱਥੇ ਲੈ ਕੇ ਆਓ, ਬਾਕੀ ਅਸੀਂ ਟੇਕ ਕੇਅਰ ਕਰਾਂਗੇ। ਬਾਕੀ ਟੇਕ ਕੇਅਰ ਕਰਨਗੇ। ਦੇਖੋ ਉਹਨਾਂ ਨੇ ਬੜੀ ਵੱਡੀ ਸੇਵਾ ਆ, ਹਰ ਵਕਤ ਟਾਈਮ ਕੱਢਣਾ। ਵੀਰ ਜੀ ਆਪਣਾ ਕੀ ਨਾਮ ਆ? ਸਿੰਘ ਸਾਹਿਬ? ਹਰਕੋਮਲ ਜੀ। ਹਰਕੋਮਲ ਜੀ। ਆਪਣਾ ਕੀ ਨਾਮ ਵੀਰ ਜੀ? ਰਾਜਵਿੰਦਰ ਸਿੰਘ ਜੀ। ਅੱਛਾ ਜੀ, ਤੁਸੀਂ ਕਦੋਂ ਤੋਂ ਸੇਵਾ ਕਰਦੇ ਪਏ ਜੀ? ਮੈਨੂੰ ਜੀ ਮੈਂ ਭਾਜੀ ਦੇ ਸੰਪਰਕ 'ਚ ਆਇਆ ਸੀ 2 ਮਹੀਨੇ ਪਹਿਲਾਂ ਜੀ। ਠੀਕ ਆ, ਫੇਸਬੁੱਕ ਦੇ ਰਾਹੀਂ ਮੈਂ ਸੰਪਰਕ 'ਚ ਆਇਆ ਤੇ ਭਾਜੀ ਨਾਲ ਗੱਲਬਾਤ ਹੋਈ ਤੇ ਮੈਂ ਕਿਹਾ ਮੈਂ ਆਪ ਆਉਣਾਗਾ ਪੱਗ ਸਿਖਾਉਣ, ਕਿਉਂਕਿ ਅਸੀਂ ਉਰੇ ਕਾਲਜ 'ਚ ਮੈਂ ਪੜ੍ਹਿਆਗਾ ਉਰੇ ਜਾਰਜ ਬਰਾਊਨ ਦੇ ਵਿੱਚ ਟੋਰਾਂਟੋ ਦੇ ਵਿੱਚ, ਤੇ ਅਸੀਂ ਵਿਸਾਖੀ 'ਤੇ ਈਵੈਂਟ ਹੁੰਦੇ ਸੀ ਉੱਥੇ ਵੀ ਪੱਗਾਂ ਸਿਖਾਉਂਦੇ ਹੁੰਦੇ ਸੀ। ਠੀਕ ਹੈ, ਉੱਥੇ ਆਪਣੇ ਕਾਲਜ ਦੇ ਸਟੂਡੈਂਟ ਹੁੰਦੇ ਸੀ, ਕਈ ਵਾਰ ਉਰੇ ਦੇ ਆਪਣੇ ਗੋਰੇ ਵੀ ਹੁੰਦੇ ਸੀ, ਉਹ ਵੀ ਪੱਗਾਂ ਸਿੱਖਣ ਆਉਂਦੇ ਹੁੰਦੇ ਸੀ, ਅਸੀਂ ਉਹਨਾਂ ਨੂੰ ਵੀ ਸਿਖਾਈਆਂ ਪੱਗਾਂ। ਤੇ ਹੁਣ ਭਾਜੀ ਨਾਲ ਕੰਟੈਕਟ ਹੋਇਆ ਤਾਂ ਅਸੀਂ ਸੋਚਿਆ ਕਿ ਇੱਥੇ ਵੀ ਆਪਾਂ ਸੇਵਾ ਕਰੀਏ। ਆਜੋ ਨੇੜੇ ਆਜੋ ਵੀਰ ਜੀ। ਥੋੜਾ ਗਰੁੱਪ ਜਿਹਾ ਲੱਗਦਾ। ਤੇ ਵੀਰ ਜੀ ਆਪਣਾ ਕੀ ਨਾਮ ਆ? ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਮੇਰਾ ਨਾਮ ਰਾਜਵਿੰਦਰ ਸਿੰਘ ਗਿੱਲ ਹੈ ਜੀ। ਦੇਖੋ ਜਿੱਦਾਂ ਭਾਜੀ ਵੀ ਗੱਲ ਕਰ ਰਹੇ, ਜਿਹੜੇ ਕੰਪੀਟੀਸ਼ਨ ਕਰਾਉਣੇ ਆ ਨਾ, ਉਹ ਬਹੁਤ ਵਧੀਆ ਗੱਲ ਹੈ। ਮੈਂ ਵੀ ਇੱਕ ਕੰਪੀਟੀਸ਼ਨ ਦੇ ਵਿੱਚ ਮਾਲਟਨ ਗੁਰੂ ਘਰ ਭਾਗ ਲਿਆ ਸੀ, 2nd ਪੋਜੀਸ਼ਨ ਮੇਰੀ ਆਈ ਸੀ। ਫਿਰ ਅਸੀਂ ਸੋਚਿਆ ਵੀ ਅਸੀਂ ਭਾਗ ਲੈਂਦੇ ਰਹੀਏ, ਇਹ ਤੋਂ ਉਲਟ ਕੇ ਅਸੀਂ ਜਿੰਨੇ ਸਟੂਡੈਂਟ ਉੱਦਾਂ ਦੇ ਪੈਦਾ ਕਰੀਏ ਕਿ ਜਿਹੜੇ ਗਾਂਹ ਭਾਗ ਲੈ ਸਕਣ, ਹੈ ਨਾ। ਸਾਡੇ ਸਟੂਡੈਂਟ ਜਿਹੜੇ ਜਦੋਂ ਤਕਰੀਬਨ ਮੈਨੂੰ 12-13 ਸਾਲ ਹੋ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਸਿਖਲਾਈ ਦਿੰਦੇ ਹੋਏ, ਤੇ ਜਦੋਂ ਮੈਂ ਦੇਖਦਾ ਨਾ ਜਿਹੜੇ ਪੁਰਾਣੇ ਸਟੂਡੈਂਟ ਮਿਲਦੇ ਆ ਉਹ ਅਜੇ ਵੀ ਪੱਗ ਬੰਨ੍ਹਦੇ, ਤੇ ਉਹ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਹੁੰਦੀ ਆ। ਅਸੀਂ ਤਕਰੀਬਨ ਕਈ ਵਾਰ ਹੁਣ ਜਦੋਂ ਬੱਚੇ ਦਾ ਵਿਆਹ ਹੁੰਦਾ ਨਾ, ਤੇ ਸਾਰਿਆਂ ਦੀ ਇਹ ਪ੍ਰੋਬਲਮ ਹੁੰਦੀ ਆ ਕਿ ਹੁਣ ਪੱਗ ਕੌਣ ਬੰਨੇ, ਤੇ ਅਸੀਂ ਤਕਰੀਬਨ ਭਾਜੀ ਵੀ ਮੈਂ ਵੀ, ਮੇਰਾ ਨੰਬਰ ਵੀ ਮੈਂ ਸ਼ੇਅਰ ਕਰਦਾ ਰਹਿੰਦਾ। ਤੁਸੀਂ ਇੱਕ ਤਾਂ ਅਸੀਂ ਉਹਨਾਂ ਦੇ ਪੱਗ ਬੰਨ੍ਹ ਕੇ ਆਉਂਦੇ ਹਾਂ, ਜਦੋਂ ਪੱਗ ਬੰਨ੍ਹੇ ਦੇਖਦੇ ਨਾ ਫਿਰ ਉਹਨਾਂ ਨੂੰ ਹੋਰ ਬੰਨ੍ਹਣ ਦੀ ਲਾਲਸਾ ਹੁੰਦੀ ਕਿ ਉਤਸ਼ਾਹਿਤ ਹੁੰਦੇ ਆ ਕਿ ਅਸੀਂ ਪੱਗ ਬੰਨੀਏ। ਤੁਸੀਂ ਦੱਸਿਆ ਕਿ ਤੁਸੀਂ ਕੰਪੀਟੀਸ਼ਨ 'ਚ ਭਾਗ ਲਿਆ ਸੀ, ਹਾਂਜੀ? ਉਹ ਤੋਂ ਪਹਿਲਾਂ ਪੱਗ ਸਜਾਉਂਦੇ ਰਹੇ ਹੋ ਪਹਿਲਾਂ? ਹਾਂਜੀ। ਮੈਂ ਅਸਲ ਆਪਣੀ ਜਦੋਂ 10th ਕਲਾਸ ਤੋਂ ਨਾ, ਸਾਨੂੰ ਮੈਂ ਖਾਲਸਾ ਸਕੂਲੇ ਪੜ੍ਹਦਾ ਸੀ, ਟੀਚਰਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਪੱਗ ਤੁਸੀਂ ਬੰਨ੍ਹਣੀ, ਬਸ ਉਸ ਤੋਂ ਬਾਅਦ ਅਸੀਂ ਪੱਗ ਬੰਨ੍ਹਦੇ ਰਹੇ, ਹੈ ਨਾ। ਇੱਕ ਜਿੱਦਾਂ ਆਪਾਂ ਕਹਿ ਰਹੇ ਸੀਗੇ ਨਾ, ਇੰਡੀਆ ਦੇ ਵਿੱਚ ਵੀ ਸਾਡਾ ਕਲੱਬ ਹੈਗਾ, ਸਿੱਖ ਮੋਟਰਸਾਈਕਲ ਕਲੱਬ ਇੱਥੇ, ਹੈ ਨਾ। ਸਾਨੂੰ ਕਾਫੀ ਚਿਰ ਮੋਟਰਸਾਈਕਲ ਚਲਾਉਂਦੇ ਨੂੰ ਹੋ ਗਏ, ਪਰ ਅਸੀਂ ਅਜੇ ਵੀ ਪ੍ਰੋਪਰ ਮੋਟਰਸਾਈਕਲ ਨਹੀਂ ਚਲਾਉਂਦੇ, ਕਿਉਂਕਿ ਇਹਨਾਂ ਚੀਜ਼ਾਂ ਦੀ ਸਿਖਲਾਈ ਦੀ ਲੋੜ ਪੈਂਦੀ ਹੈ। ਇੰਡੀਆ 'ਚ ਅਸੀਂ ਤਕਰੀਬਨ ਇੱਕ ਦੂਜੇ ਨੂੰ ਦੇਖ ਕੇ ਸਿੱਖ ਲੈਂਦੇ ਹਾਂ, ਹੈ ਨਾ। ਟਾਈਮ ਵੀ ਬਹੁਤ ਹੁੰਦਾ ਹੈ ਨਾ। ਪੇਰੈਂਟਸ ਵੀ ਤਾਂ ਇੱਕ ਦੂਜੇ ਨੂੰ ਹੀ ਫੋਲੋ ਕਰਦੇ ਹੁੰਦੇ ਹੈ ਨਾ। ਤੁਸੀਂ ਵੀ ਦੇਖਿਆ ਹੋਣਾ ਘਰਾਂ ਦੇ ਵਿੱਚ ਜਿਹੜੇ ਪੱਗ ਬੰਨ੍ਹਦੇ ਆ, ਪੱਗ ਨੂੰ ਫੋਲੋ ਕਰਦੇ ਆ। ਜਿਨ੍ਹਾਂ ਨੇ ਦਾੜੀ ਕੱਟੀ ਆ, ਕੇਸ ਰੱਖਿਆ, ਉੱਦਾਂ ਹੀ ਆਪਣੇ ਬਜ਼ੁਰਗਾਂ ਨੂੰ ਜਿਹੜੇ ਵੱਡੇ ਆ ਉਹਨਾਂ ਨੂੰ ਫੋਲੋ ਕਰਦੇ ਰਹਿੰਦੇ ਆ। ਥੋੜ੍ਹਾ ਜਿਹਾ ਪੇਰੈਂਟਸ ਨੂੰ ਵੀ ਕਹਿਣਾ ਚਾਹੀਦਾ, ਬੱਚੇ ਜਿਹੜੇ ਇਹਨਾਂ ਦਾ ਮਨ ਜਿਹੜਾ ਹੈ ਨਾ
ਕਹਿ ਲਓ ਕਿ ਬਿਲਕੁਲ ਜੋ ਉਸ ਤੇ ਉਕਰੋਗੇ ਨਾ ਉਹੋ ਹੀ ਤੁਹਾਨੂੰ ਮਤਲਬ ਕਿ ਅੱਗੇ ਦੇਖਣ ਨੂੰ ਮਿਲੂਗਾ। ਤੇ ਇਸੇ ਤਰ੍ਹਾਂ ਪੱਗਾਂ ਦੀ ਇੱਥੇ ਸਿਖਲਾਈ ਦਿੰਦੇ ਆ, ਇੰਡੀਆ ਦੇ ਦੇਖ ਕੇ ਸਿੱਖ ਲੈਂਦੇ ਆ, ਪਰ ਇੱਥੇ ਤੇ ਸਾਨੂੰ ਵੀ ਅਸੀਂ ਹੁਣ ਬੱਚਿਆਂ ਦੇ ਬੰਦੇ ਨੇ, ਸਾਨੂੰ ਵੀ ਕਈ ਗੱਲਾਂ ਆਪ ਪਤਾ ਲੱਗਦੀਆਂ ਕਿ ਪੱਗ ਨੂੰ ਕਿਸ ਹਿਸਾਬ ਨਾਲ ਰੱਖੀਏ ਤੇ ਕਿਸ ਹਿਸਾਬ ਨਾਲ ਵਧੀਆ ਵੱਜੀਏ। ਸੋ ਦੇਖੋ ਉਹਨਾਂ ਨੇ ਇੱਕ ਗੱਲ ਜ਼ਰੂਰ ਦੱਸੀ ਹੈਗੀ ਆ ਵੀ ਬੱਚਿਆਂ ਦੇ ਵਿੱਚ ਵਿਸ਼ਵਾਸ ਭਰੀਦਾ ਟੈਕਨੀਕ ਅਸਲੀ ਐਟਲੀਸਟ ਚਾਹੀਦੀ ਹੁੰਦੀ ਆ, ਜਿਹੜੀ ਟੈਕਨੀਕ ਆ ਉਹ ਹਰ ਹਾਲਤ ਚਾਹੀਦੀ ਹੁੰਦੀ ਬੱਚਿਆਂ ਨੂੰ ਸਿਖਾਉਣ ਵਾਸਤੇ, ਕਿਉਂਕਿ ਹਰ ਗੱਲ ਟੈਕਨੀਕ ਨਾਲ ਹੁੰਦੀ ਆ। ਬੱਚਿਆਂ ਕੋਲ ਵੀ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ ਲਗਾਤਾਰ ਆਪਣਾ ਟਾਈਮ ਵੇਸਟ ਕਰਨ। ਕਈ ਵਾਰੀ ਬਹੁਤ ਸਾਰੀਆਂ ਜਦੋਂ ਉਹਨੂੰ ਸਕਸੈਸ ਨਹੀਂ ਮਿਲਦਾ ਤਾਂ ਬੱਚੇ ਦਾ ਜਿਹੜਾ ਕੌਨਫੀਡੈਂਸ ਆ ਲੂਜ਼ ਹੋ ਜਾਂਦਾ। ਸੋ ਇੱਥੇ ਪੇਰੈਂਟਸ ਵੀ ਹੈਗੇ ਸੀ। ਇੱਧਰ ਆਇਓ ਭਾਈ ਸਾਹਿਬ, ਤੁਹਾਡਾ ਬੱਚਾ ਆਇਆ ਲੱਗਦਾ ਮੈਨੂੰ, ਇੱਧਰ ਗੱਲ ਕਰਿਓ, ਆਇਓ। ਇਹ ਭਾਈ ਸਾਹਿਬ ਨੂੰ ਪਹਿਲਾਂ ਮੈਂ ਜਾਣਦਾ ਹੈਗਾ, ਪਹਿਲਾਂ ਦੱਸਿਓ ਆਪਣਾ ਨਾਮ ਕੀ ਹੈ? ਬਹੁਤ ਭੁੱਲ ਗਿਆ। ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ। ਹਾਂਜੀ ਗੁਰਵਿੰਦਰ ਸਿੰਘ ਜੀ, ਮੈਨੂੰ ਇੱਕ ਗੱਲ ਦੱਸਿਓ, ਤੁਹਾਡੇ ਤੇ ਤੁਸੀਂ ਦਸਤਾਰ ਸਜਾਉਂਦੇ ਬਹੁਤ ਸਮੇਂ ਦੇ, ਹਨਾ? ਤੁਹਾਡੇ ਜਿਹੜੇ ਬੱਚੇ ਹੈਗੇ ਆ ਉਹ ਤੁਹਾਡੇ ਮਨ 'ਚ ਰੀਝ ਕਿੱਦਾਂ ਜਾ ਗਈ ਵੀ ਯਾਰ ਇਹ ਵੀ ਦਸਤਾਰ ਬੰਨਿਆ ਕਰਨਾ, ਇਹਨਾਂ ਨੂੰ ਚਾਹੀਦਾ ਐਟਲੀਸਟ ਦਸਤਾਰ ਬੰਨਣੀ ਚਾਹੀਦੀ ਆ, ਜਾਂ ਸਿੱਖ ਮੋਟਰਸਾਈਕਲ ਲੱਭਣਾ? ਫਿਰ ਕਿੱਦਾਂ ਤੁਹਾਨੂੰ ਪਤਾ ਲੱਗਾ ਜੀ? ਅਸੀਂ ਭਾਜੀ ਜੀ ਦਸਤਾਰਾਂ ਦੀ ਗੱਲ ਹੈ, ਉਹ 84 ਦਾ ਸਾਰਾ ਹੀ ਹੱਡੀ ਆਪਣੇ ਹੱਡੀ ਹੜਾਇਆ ਹੋਇਆ ਜੀ ਜੀ। ਇਸ ਕਰਕੇ ਕੁੱਟਾ ਬਥੇਰੀਆਂ ਖਾਧੀਆਂ ਤੇ ਸਾਡੀ ਕੋਸ਼ਿਸ਼ ਰਹੀ ਹੈ ਵੀ ਆਊਟ ਆਫ ਟਰੈਕ ਨਾ ਜਾਣ, ਜੀ ਜੀ ਜੀ। ਇਹ ਟਰੈਕ ਤੇ ਰਹਿਣ। ਇਸ ਕਰਕੇ ਇਹਨਾਂ ਨੂੰ ਘਰੇ ਕੋਈ ਪਿਕਚਰਾਂ ਵੀ ਇਦਾਂ ਦੀਆਂ ਹੈਗੀਆਂ ਜਿਨ੍ਹਾਂ ਬਾਰੇ ਪੁੱਛਦੇ ਰਹਿੰਦੇ ਆ, ਦੱਸਦੇ ਰਹਿੰਦੇ ਆ, ਸਿੱਖ ਇਤਿਹਾਸ ਪੜ੍ਹਦੇ ਰਹਿੰਦੇ ਆ ਇਹ। ਜੀ ਜੀ। ਤੇ ਇਸ ਕਰਕੇ ਅਸੀਂ ਤਾਂ ਸਮਝ ਲਓ ਵੀ ਸਿੱਖੀ ਦੇ ਵਿੱਚ ਪੂਰੇ ਗੜਾਚੀ ਆ। ਅੱਛਾ, ਤੁਹਾਡੇ ਮਨ 'ਚ ਆਪਣੇ 'ਚ ਵੀ ਰੀਝ ਹੈਗੀ ਕਿ ਆਪ ਦਸਤਾਰ ਸਜਾਉਂਦੇ ਆ, ਗਾਂ ਬੱਚਿਆਂ ਨੂੰ ਸਜਾਉਣੀ ਚਾਹੀਦੀ ਆ। ਪਰ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ, ਜਿੱਦਾਂ ਆਪ ਵੀ ਅਸੀਂ ਟਰਾਈ ਕਰਦੇ ਆ, ਬੱਚਿਆਂ ਨੂੰ ਕਹਿੰਦੇ ਆ ਘਰੇ, ਮੋਸਟਲੀ ਆਪਾਂ ਕਹਿੰਦੇ ਯਾਰ ਤੂੰ ਵੀ ਦਸਤਾਰ ਸਜਾ ਜੀ, ਉਹ ਸਜਾਉਣ ਲੱਗਦੇ ਆ ਜਾਂ ਸਜਾਉਂਦੇ ਆ, ਰਾਈਟ? ਤੇ ਉਹ ਫਿਰ ਨਹੀਂ ਕਾਮਯਾਬ ਹੁੰਦੇ। ਤੁਸੀਂ ਆਪ ਵੀ ਕੋਸ਼ਿਸ਼ ਕੀਤੀ ਮਾੜੀ ਮੋਟੀ ਪਹਿਲਾਂ? ਮੈਂ ਭਾਜੀ ਇਹਨਾਂ ਨੂੰ ਪੱਗਾਂ ਹੁਣੇ ਬੰਨ੍ਹ ਕੇ ਲਿਆਂਦੀਆਂ ਸੀ, ਬਹੁਤ ਸੋਹਣੀਆਂ ਦਸਤਾਰਾਂ ਬੰਨੀਆਂ ਇਹਨਾਂ ਨੇ। ਘਰੋਂ ਨਹੀਂ ਨਿਕਲਦੇ, ਕਹਿੰਦੇ ਵੀ ਨੰਗੇ ਸਿਰ ਨਹੀਂ ਅਸੀਂ ਬਾਹਰ ਜਾਣਾ, ਵੀ ਡੈਡੀ ਜਾਂ ਤੇ ਸਾਡੇ ਸਿਰ ਤੇ ਕੋਈ ਪਰਨਾ ਬੰਨ੍ਹਦੇ ਜਾਂ ਪੱਗ ਬੰਨ੍ਹਦੇ। ਤੇ ਇਸ ਕਰਕੇ ਇਹਨਾਂ ਨੇ ਇੱਕ ਸ਼ੌਂਕ ਰੱਖਦੇ ਸੀ। ਤੇ ਭਾਜੀ ਹੁਣਾਂ ਦਾ ਇੱਕ ਦਿਨ ਨੰਬਰ ਰੇਡੀਓ ਦੇ ਉੱਤੇ ਬੋਲਣ ਡੇ ਸੀ ਜੀ। ਤੇ ਫਿਰ ਮੈਂ ਰਾਈਟ ਵੀ ਟਰੱਕ ਲੈ ਕੇ ਜਾ ਰਿਹਾ ਸੀ, ਮੈਂ ਨੰਬਰ ਨੋਟ ਕੀਤਾ ਤੇ ਫਿਰ ਮੈਂ ਇਹਨਾਂ ਕੰਟੈਕਟ ਕੀਤਾ ਜੀ। ਤੇ ਉਹ ਫਿਰ ਅੱਜ ਇਹਨਾਂ ਕਿਹਾ ਵੀ ਆ ਜਾਓ ਕੋਈ ਗੱਲ ਨਹੀਂ, ਤੇ ਅੱਜ ਲੈ ਕੇ ਆ ਗਏ। ਠੀਕ ਠੀਕ। ਦੇਖੋ ਪੇਰੈਂਟਸ ਜਿਹੜੇ ਹੈਗੇ ਆ ਉਹ ਚਾਹੁੰਦੇ ਹੁੰਦੇ ਆ, ਕਈ ਵਾਰੀ ਪੇਰੈਂਟਸ ਦਾ ਇਹ ਗੱਲ ਹੁੰਦੀ ਆ ਕਿ ਭਾਵੇਂ ਆਪ ਦਸਤਾਰ ਨਾ ਸਜਾਉਂਦੇ ਹੋਣ, ਬੱਚੇ ਦਸਤਾਰ ਸਜਾਉਣ। ਮੈਂ ਬਹੁਤ ਸਾਰੇ ਪੇਰੈਂਟਸ ਦੇਖੇ ਆ ਕਿ ਜਿਹੜੇ ਆਪ ਦਸਤਾਰ ਨਹੀਂ ਸਜਾਉਂਦੇ ਪਰ ਉਹਨਾਂ ਦੇ ਬੱਚਿਆਂ ਨੇ ਦਸਤਾਰਾਂ ਹੁਣ ਸਜਾਈਆਂ ਹੁੰਦੀਆਂ। ਪ੍ਰਮਾਤਮਾ ਦੀ ਕਿਰਪਾ ਦੇ ਨਾਲ ਥੋੜ੍ਹਾ ਥੋੜ੍ਹਾ ਹੁਣ ਮੋੜਾ ਇਸ ਗੱਲੋਂ ਪੈਣਾ ਸ਼ੁਰੂ ਹੋਇਆ ਵਾ ਇਹੋ ਜਿਹੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ। ਸੋ ਹੋਰ ਆਵੇ ਵੀਰ ਜੀ, ਤੇ ਗੱਲ ਕਰਨਾ ਚਾਹੁੰਦੇ ਥੋੜ੍ਹੀ ਬਹੁਤੀ? ਆ ਜਾਓ। ਹਾਂਜੀ ਵੀਰ ਜੀ, ਤੁਸੀਂ ਇੱਥੇ ਲੋਕਲ ਗੁਰਦੁਆਰਾ ਸੇਵਾਦਾਰ ਕਿ ਜਾਂ? ਹਾਂਜੀ ਵੀਰ ਜੀ, ਮੈਂ ਇੱਥੇ ਗ੍ਰੰਥੀ ਸਿੰਘ ਹਾਂ। ਗ੍ਰੰਥੀ ਸਿੰਘ ਜੀ। ਤੇ ਤੁਸੀਂ ਦੱਸਣਾ ਚਾਹੋਗੇ ਦਸਤਾਰ ਬਾਰੇ ਹੀ ਦੱਸੋ ਫਿਰ ਤੁਸੀਂ ਕਿ ਐਟਲੀਸਟ ਦਸਤਾਰ ਜਿਹੜੀ ਅਸੀਂ ਸਜਾਉਂਦੇ ਹੈਗੇ ਆ ਕਿ ਗੁਰੂ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਸਾਨੂੰ, ਹਾਂਜੀ, ਬੱਚਿਆਂ ਲਈ ਕੋਈ ਮਹੱਤਵ ਮਾੜਾ ਦੋ ਸ਼ਬਦ ਬੋਲਣਾ ਚਾਹੋਗੇ? ਨਹੀਂ ਜੀ, ਦੇਖੋ ਆਪਾਂ ਬੱਚਿਆਂ ਨੂੰ ਜਿਸ ਤਰ੍ਹਾਂ ਹੁਣ ਪ੍ਰੇਰਿਤ ਕਰਾਂਗੇ, ਆਪਣੇ ਬੱਚਿਆਂ ਨੂੰ ਕਹਾਂਗੇ, ਦੇਖ ਕੇ ਹੋਰ ਬੱਚਿਆਂ ਨੂੰ ਵੀ ਚਾਹ ਹੁੰਦਾ। ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਗਾ, ਨਜ਼ਰ ਸਿੰਘ ਜੀ ਨੇ ਜਦੋਂ ਇੱਥੇ ਆਇਆ, ਮੈਨੂੰ 3 ਮਹੀਨੇ ਹੋਏ ਨੇਗੇ, ਅਪ੍ਰੈਲ 'ਚ ਆਇਆ ਸੀ, 12 ਅਪ੍ਰੈਲ ਨੂੰ। ਦੇਖ ਕੇ ਮੈਨੂੰ ਬੜੀ ਖੁਸ਼ੀ ਨਜ਼ਰ ਸਿੰਘ ਵੀਰ ਜੀਆਂ ਨੂੰ ਵੀ ਬੱਚਿਆਂ ਨੂੰ ਮਤਲਬ ਇਸ ਤਰ੍ਹਾਂ ਇਹ ਪ੍ਰੇਰਿਤ ਕਰ ਰਹੇ ਨੇ। ਦੇਖ ਕੇ ਹੋਰ ਸਟੂਡੈਂਟ ਇੱਥੇ ਆਉਂਦੇ ਨੇ ਦਰਸ਼ਨ ਕਰਨ ਦੇ ਵਾਸਤੇ, ਉਹਨਾਂ ਨੂੰ ਵੀ ਮਤਲਬ ਚਾਅ ਅੰਦਰੋਂ ਪੈਦਾ ਹੁੰਦਾ ਵੀ ਆਪਾਂ ਵੀ ਆ ਕੇ ਦਸਤਾਰਾਂ ਸਿੱਖੀਏ। ਤੇ ਇਸ ਤਰ੍ਹਾਂ ਜਿਵੇਂ ਮੇਰੇ ਹੁਣ ਬੇਟਾ ਬੇਟੀ ਨੇਗੇ, ਮੇਰਾ ਬੇਟਾ ਦਸਤਾਰ ਸਜਾਉਂਦਾ ਤੇ ਬੇਟੀ ਨੂੰ ਵੀ ਚਾਅ ਅੰਦਰ ਪੈਦਾ ਹੋਇਆ, ਉਹ ਡੈਡੀ ਮੈਂ ਵੀ ਦਸਤਾਰ ਸਜਾਉਣੀ ਹੈਗੀ। ਤੇ ਉਹ ਮੈਂ ਹਰ ਰੋਜ਼ ਉਹਨੂੰ ਮੈਂ ਸਕੂਲ ਬੰਨ੍ਹ ਕੇ ਭੇਜਿਆ ਕਰਾਂ ਦਸਤਾਰ ਸਜਾ ਕੇ। ਤੇ ਹੁਣ ਮਤਲਬ ਆਪਣੇ ਆਪ ਬਹੁਤ ਸੋਹਣੀ ਦਸਤਾਰ ਸਜਾਉਂਦੀ ਆ ਉਹ। ਦੋਵੇਂ ਬੇਟਾ ਬੇਟੀ ਦਸਤਾਰ ਸਜਾਉਂਦੇ ਨੇ। ਮਤਲਬ ਜਿਸ ਤਰ੍ਹਾਂ ਆਪਾਂ ਪ੍ਰੇਰਿਤ ਕਰਾਂਗੇ ਬੱਚਿਆਂ ਨੂੰ, ਉਹ ਬੱਚੇ ਪ੍ਰੇਰਿਤ ਹੋਣਗੇ। ਜੀ ਜੀ। ਚਾਅ ਇੱਕ ਦੂਜੇ ਨੂੰ ਦੇਖ ਕੇ ਹੁੰਦਾ ਬੱਚਿਆਂ ਨੂੰ। ਹੁਣ ਬੇਟੇ ਨੂੰ ਦੇਖ ਕੇ ਹੋਰ ਉੱਥੇ ਜਿੱਥੇ ਮੈਂ ਡਿਊਟੀ ਕਰਦਾ ਸੀ ਇੰਡੀਆ ਦੇ ਵਿੱਚ, ਹੋਰ ਬੱਚਿਆਂ ਨੂੰ ਦੇਖ ਕੇ ਚਾਅ ਪੈਦਾ ਹੋਇਆ। ਜੀ ਜੀ। ਤੇ ਨਾਲ ਦਸਤਾਰਾਂ ਸਜਾਉਣ ਲੱਗ ਗਏ ਤੇ ਮਤਲਬ ਬੜੀ ਖੁਸ਼ੀ ਹੁੰਦੀ ਆ ਦੇਖ ਕੇ। ਤੇ ਇਹ ਤਾਂ ਬਾਕੀ ਆਪਣੀ ਸ਼ਾਨ ਆ, ਗੁਰੂ ਸਾਹਿਬ ਦੀ ਬਖਸ਼ੀ ਹੋਈ, ਇਹਦਾ ਤਾਂ ਮੁੱਲ ਹੈ ਹੀ ਨਹੀਂ ਕੋਈ ਦੁਨੀਆ ਦੇ ਵਿੱਚ। ਇਹ ਗੁਰੂ ਸਾਹਿਬ ਦੀ ਬਖਸ਼ੀ ਹੋਈ ਸ਼ਾਨ ਹੈ ਦਸਤਾਰ। ਇਸ ਦਸਤਾਰ ਦੀ ਖਾਤਰ ਸਿੰਘਾਂ ਨੇ ਆਪਣੇ ਖੂਨਾਂ ਦੀ ਆਹੂਤੀ ਦਿੱਤੀ ਹੈਗੀ ਆ, ਆਪਣਾ ਖੂਨ ਡੋਲਿਆ ਹੈਗਾ ਆ। ਸੋ ਐਟਲੀਸਟ ਅੱਜ ਅਸੀਂ ਇੱਕੋ ਹੀ ਕੰਮ ਕਰਨਾ, ਸ਼ਾਇਦ ਇੱਕ ਕੰਮ ਜ਼ਰੂਰ ਆਪਾਂ ਆਪਣੇ ਪੱਧਰ ਤੇ ਕਰ ਸਕਦੇ ਹਾਂ ਕਿ ਆਪਣੇ ਸਿਰਾਂ ਤੇ ਆਪਣੇ ਬੱਚਿਆਂ ਦੇ ਸਿਰਾਂ ਤੇ ਦਸਤਾਰ ਜ਼ਰੂਰ ਸਜਾਈਏ। ਹੋਰ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਉਹ ਸ਼ਹਾਦਤਾਂ ਕਰਨ ਵਾਲੇ ਸ਼ਹਾਦਤਾਂ ਪ੍ਰਵਾਨ ਚੜ੍ਹ ਗਏ, ਲੇਕਿਨ ਅੱਜ ਸਾਡਾ ਇੰਨਾ ਕੀ ਫਰਜ਼ ਹੈ, ਅਸੀਂ ਇੰਨਾ ਕੀ ਕਰ ਸਕਦੇ ਹਾਂ ਕਿ ਅਸੀਂ ਐਟਲੀਸਟ ਦਸਤਾਰ ਸਜਾ ਕੇ ਉਹਨਾਂ ਦੀਆਂ ਸ਼ਹਾਦਤਾਂ ਨੂੰ ਆਪਣੇ ਮਨ ਦੇ ਵਿੱਚ ਸਦਾ ਜਿੰਦਾ ਰੱਖੀਏ ਕਿ ਸਿੱਖ ਕੌਮ ਨੂੰ ਜਿਹੜੀ ਗੁਰੂ ਮਹਾਰਾਜ ਨੇ ਦਸਤਾਰ ਬਖਸ਼ੀ ਸੀ, ਇਸ ਦਸਤਾਰ ਦਾ ਮਕਸਦ ਇੱਕੋ ਹੀ ਸੀ
ਕਿ ਕੋਈ ਸਮਾਂ ਸੀ ਜਿਹੜੇ ਲੋਕ ਗੁਲਾਮ ਹੁੰਦੇ ਸੀਗੇ ਉਹ ਆਪਣੇ ਸਿਰ ਦੇ ਉੱਪਰ ਦਸਤਾਰ ਨਹੀਂ ਸੀ ਸਜਾ ਸਕਦੇ। ਜਿਹੜੇ ਲੋਕ ਰੂਲ ਕਰਦੇ ਸੀਗੇ, ਸ਼ਾਸਨ ਕਰਦੇ ਸੀਗੇ, ਉਹੀ ਆਪਣੇ ਸਿਰਾਂ ਤੇ ਦਸਤਾਰਾਂ ਸਜਾ ਸਕਦੇ ਸੀ। ਗੁਲਾਮ ਲੋਕਾਂ ਨੂੰ ਨੰਗੇ ਸਿਰ ਰਹਿਣਾ ਪੈਂਦਾ ਸੀ। ਜੇ ਕੋਈ ਗੁਲਾਮ ਬੰਦਾ ਦਸਤਾਰ ਸਜਾਉਂਦਾ ਸੀ ਉਹਨੂੰ ਸਜ਼ਾਵਾਂ ਹੁੰਦੀਆਂ ਸੀ ਉਹਨਾਂ ਚੀਜ਼ਾਂ ਦੀਆਂ। ਲੇਕਿਨ ਸਿੱਖ ਕੌਮ ਦੇ ਵਿੱਚ ਇੱਕ ਬੜਾ ਵੱਡਾ ਇਹ ਮਾਣ ਵਾਲੀ ਗੱਲ ਹੈਗੀ ਆ ਕਿ ਇੱਕ ਬੜਾ ਵੱਡਾ ਖੂਨ ਭਿੱਜਿਆ ਸੰਘਰਸ਼ ਹੈਗਾ ਆ ਇਹਦੇ ਪਿੱਛੇ, ਇਸ ਦਸਤਾਰ ਦੇ ਪਿੱਛੇ। ਸੋ ਅਸੀਂ ਆਪਣੇ ਵੱਲੋਂ, ਮੀਡੀਆ ਵੱਲੋਂ, ਸਿੱਖ ਮੋਟਰਸਾਈਕਲ ਕਲੱਬ ਵੱਲੋਂ ਜਿਹੜੀ ਸੰਗਤ ਹੈਗੀ ਆ, ਜ਼ਰੂਰ ਬੇਨਤੀ ਕਰਾਂਗੇ ਕਿ ਜਿਹੜਾ ਵੀ ਇਹ ਸਮਾਂ ਦੱਸਦੇ ਅਸੀਂ ਲਾਸਟ ਤੇ ਹੁਣ ਪੁੱਛਾਂਗੇ ਕਿ ਕਿੱਥੇ ਕਿਹੜਾ ਸਮਾਂ ਹੈਗਾ ਆ। ਇੱਥੇ ਕੈਨੇਡਾ, ਟੋਰਾਂਟੋ ਜਾਂ ਏਰੀਆ ਜਿਹੜਾ ਹੈਗਾ, ਖਾਸ ਕਰਕੇ ਬਰੈਂਪਟਨ, ਜਿੰਨੇ ਵੀ ਆਸ-ਪਾਸ ਦੇ ਸ਼ਹਿਰ ਹੈਗੇ ਆ, ਗੁਰੂ ਘਰ ਹੈਗੇ ਆ, ਉੱਥੇ ਕਿਹੜਾ ਸਮਾਂ ਹੈਗਾ ਤੇ ਕਿਹੜੇ ਸਮੇਂ ਤੇ ਆ ਕੇ ਤੁਸੀਂ ਆਪਣੇ ਬੱਚਿਆਂ ਨੂੰ ਦਸਤਾਰਾਂ ਸਜਾਉਣ ਦੀ ਜਿਹੜੀ ਸਿਖਲਾਈ ਆ ਉਹ ਲੈ ਸਕਦੇ ਹੋ। ਨਾਜਰ ਸਿੰਘ ਜੀ ਦੱਸਿਓ ਜ਼ਰੂਰ, ਸਮਾਂ ਇੱਕ ਵਾਰੀ ਜ਼ਰੂਰ ਦੱਸਿਓ ਤੇ ਫੋਨ ਨੰਬਰ, ਸੰਸਥਾ ਜ਼ਰੂਰ ਦੱਸਿਓ। ਹਾਂਜੀ, ਇਹ ਸਮਾਂ ਹੈਗਾ ਜੀ ਇੱਥੇ ਜਿਹੜੇ ਰੈਸਟਲ ਗੁਰਦੁਆਰਾ ਸਾਹਿਬ ਵਿਖੇ ਐਵਰੀ ਸੰਡੇ ਸਾਡੀ ਕਲਾਸ ਹੁੰਦੀ ਹੈ 3 ਤੋਂ 5 ਵਜੇ ਤੱਕ। ਕੋਵਿਡ ਤੋਂ ਪਹਿਲਾਂ ਅਸੀਂ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਕਲਾਸਾਂ ਲਾਉਂਦੇ ਸੀਗੇ, ਦਸਮੇਸ਼ ਦਰਬਾਰ, ਗ੍ਰੇਟਨ ਗੁਰਦੁਆਰਾ ਸਾਹਿਬ, ਡੈਕਸੀ ਗੁਰਦੁਆਰਾ ਸਾਹਿਬ। ਹੁਣ ਵੀ ਜਿਹੜੇ ਅਸੀਂ ਟਰਬਨ ਕੋਚ ਆ ਇਹਨਾਂ ਨਾਲ ਮੈਂ ਮੀਟਿੰਗ ਕਰਕੇ ਹਟਿਆ ਕਿ ਵੀ ਆਪਾਂ ਹੁਣ ਕੋਵਿਡ ਦਾ ਥੋੜ੍ਹਾ ਜਿਹਾ ਘਟਿਆ ਵੀ ਹੁਣ ਆਪਾਂ ਦੂਜੇ ਗੁਰਦੁਆਰਿਆਂ ਵਿੱਚ ਕਿਸ ਤਰ੍ਹਾਂ ਕਲਾਸਾਂ ਲਾਈਏ। ਸੋ ਅਸੀਂ ਨੈਕਸਟ ਵਿੱਚ ਅਨਾਉਂਸ ਕਰਾਂਗੇ ਵੀ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਕਿਹੜੇ-ਕਿਹੜੇ ਟਾਈਮ ਹੋਣੀਆਂ ਕਲਾਸਾਂ। ਅਸੀਂ ਟਰਾਈ ਕਰਾਂਗੇ ਸਾਰੇ ਗੁਰਦੁਆਰਿਆਂ ਵਿੱਚ 2-2 ਘੰਟੇ ਦੀਆਂ ਕਲਾਸਾਂ ਜ਼ਰੂਰ ਲਗਾਈਆਂ ਜਾਣ। ਹਾਂਜੀ, ਮੇਰਾ ਹੈਗਾ ਜੀ ਫੋਨ ਨੰਬਰ 647 981 1000 6479811000 ਤੇ ਮੈਨੂੰ ਕਾਲ ਕਰ ਸਕਦੇ ਆ, ਜਾਂ ਤੁਸੀਂ ਸਿੱਖ ਮੋਟਰਸਾਈਕਲ ਕਲੱਬ ਦੇ ਪੇਜ ਨੂੰ ਫਾਲੋ ਕਰ ਸਕਦੇ ਆ, ਉੱਥੋਂ ਵੀ ਮੇਰਾ ਨੰਬਰ ਮਿਲ ਸਕਦਾ ਜੀ। ਸਿੱਖ ਮੋਟਰਸਾਈਕਲ ਕਲੱਬ ਦਾ ਫੇਸਬੁੱਕ ਦਾ ਪੇਜ ਬਣਿਆ ਹੈਗਾ, ਅਸੀਂ ਖੁਦ ਫਾਲੋ ਕਰਦੇ ਆ। ਉੱਥੇ ਜਿੰਨੀਆਂ ਵੀ ਇਹਨਾਂ ਦੀਆਂ ਕੈਂਪ ਲੱਗਦੇ ਹੈਗੇ ਆ, ਸਿਖਲਾਈ ਕੈਂਪ, ਉਹਨਾਂ ਦੀਆਂ ਗਤੀਵਿਧੀਆਂ ਵੀ ਤੁਹਾਨੂੰ ਮਿਲ ਜਾਣਗੀਆਂ। ਇਸ ਤੋਂ ਇਲਾਵਾ ਤੁਹਾਨੂੰ ਕੰਟੈਕਟ ਨੰਬਰ ਮਿਲ ਸਕਦੇ ਹੈਗੇ ਆ, ਜਾਂ ਹੋਰ ਵੀ ਜਿਹੜੇ ਈਵੈਂਟ ਆਉਣ ਵਾਲੇ ਹੈਗੇ ਆ ਉਹਨਾਂ ਬਾਰੇ ਜਾਣਕਾਰੀ ਮਿਲ ਸਕਦੀ ਆ। ਸਿੱਖ ਮੋਟਰਸਾਈਕਲ ਕਲੱਬ ਦੇ ਰੂਟ ਕਈ ਜਿਹੜੀ ਰਾਈਡਿੰਗ ਜਿਹੜੀਆਂ ਹੁੰਦੀਆਂ ਨੇ, ਅਵੇਅਰਨੈਸ ਰਾਈਡਿੰਗ ਇੱਕ ਵੱਖਰਾ ਵਿਸ਼ਾ ਸੀਗਾ। ਅਸੀਂ ਇੱਕ ਦਿਨ ਸੰਸਥਾ ਦੇ ਨਾਲ ਜ਼ਰੂਰ ਕਰਾਂਗੇ ਕਿ ਇੱਕ ਜਿਹੜਾ ਦਸਤਾਰ ਸਿਖਲਾਈ ਤੋਂ ਇਲਾਵਾ ਵੀ ਕਿੰਨੀ ਚੈਰਿਟੀ ਇਕੱਠੀ ਕੀਤੀ ਹੈਗੀ ਆ ਸਿੱਖ ਮੋਟਰਸਾਈਕਲ ਕਲੱਬ ਨੇ, ਕਿੰਨੀ ਜਿਹੜਾ ਹੈਗਾ ਹੁਣ ਤੱਕ ਵੱਖ-ਵੱਖ ਥਾਵਾਂ 'ਤੇ ਜਿਹੜਾ ਯੋਗਦਾਨ ਪਾਇਆ ਹੈਗਾ ਆ। ਇਹਦੇ ਬਾਰੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗੇ। ਫਿਲਹਾਲ ਇਜਾਜ਼ਤ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।